ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਵੈਲਕਮ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਆਪਣੀ ਪੰਜਾਬੀ ਦੀ ਉਹ ਕਹਾਵਤ ਹੈ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਕੌਣ ਪੁੱਛਦਾ ਏ ਕਮਜ਼ੋਰਾਂ ਨੂੰ। ਪੰਜਾਬੀਆਂ ਦੀ ਕਦੇ ਤੂਤੀ ਬੋਲਦੀ ਸੀ, ਸਿੱਕਾ ਬੁਲੰਦ ਸੀ। ਅਸੀਂ ਸੰਘਰਸ਼ਾਂ ਦੇ ਰਾਹੀ ਸੀਗੇ ਤੇ ਅਸੀਂ ਬੁਲੰਦੀ ਸਿਰਜੀ ਹਰ ਜਗ੍ਹਾ ਦੇ ਉੱਤੇ। ਅੱਜ ਕੱਲ ਅਸੀਂ ਹਰ ਜਗ੍ਹਾ ਤੇ ਸਟਰਗਲ ਕਰ ਰਹੇ ਹਾਂ। ਜੇਕਰ ਆਰਮਡ ਫੋਰਸਿਸ ਦੀ ਗੱਲ ਕਰ ਲਈਏ ਤੇ ਸਾਡੀ ਨਫਰੀ ਘਟਦੀ ਪਈ ਆ। ਅਸੀਂ IAS IPS ਤੇ ਜਿਹੜੇ ਵੱਡੇ ਅਫਸਰਸ਼ਾਹ ਉਹ ਬਣਾਉਣੇ ਬੰਦ ਕਰਤੇ ਆ। ਸਾਡੇ ਨਾਂ ਤੇ ਵੱਡੀਆਂ ਸੰਨਤਾਂ ਹੁਣ ਘੱਟ ਬੋਲਦੀਆਂ ਨੇ। ਪੰਜਾਬ ਦੇ ਵਿੱਚ ਨਿਵੇਸ਼ ਦਾ ਪਿੱਛੇ ਸਰਕ ਜਾਣਾ ਤੇ ਜਿਹੜੀ ਇੰਡਸਟਰੀ ਸਾਡੇ ਕੋਲ ਉਹਦਾ ਵੀ ਪਲਾਇਨ ਕਰ ਜਾਣਾ, ਹਿਜਰਤ ਕਰ ਜਾਣਾ ਸਾਡੇ ਲਈ ਖਤਰੇ ਦੀ ਘੰਟੀ ਹੈ। ਪਰ ਜੇਕਰ ਅਸੀਂ ਸਾਊਥ ਵੱਲ ਵੇਖਦੇ ਹਾਂ, ਉੱਥੇ ਉਹਨਾਂ ਨੇ ਹੁਨਰ ਪੈਦਾ ਕੀਤੇ ਤੇ ਦੁਨੀਆ ਨੇ ਆਣ ਕੇ ਉੱਥੇ ਆਪਣੇ ਯੂਨਿਟ ਲਾ ਲਏ। ਪੰਜਾਬ ਦੇ ਵਿੱਚ ਅਸੀਂ ਦੂਜਿਆਂ ਤੇ ਨਿਰਭਰ ਹੋ ਗਏ। ਸਾਡੇ ਜਿਹੜੇ ਆਗੂ ਸੀਗੇ, ਸਰਬਰਾਹ ਸੀਗੇ, ਠੂਠਾ ਫੜ ਕੇ ਬਾਹਰ ਨੂੰ ਮੰਗਣ ਤੁਰ ਪੈਂਦੇ, ਆਓ ਸਾਡੇ ਨਿਵੇਸ਼ ਕਰੋ। ਜਿਹੜੀਆਂ ਮੌਜੂਦਾ ਸਥਿਤੀਆਂ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਜਿਹੜਾ ਪਲਾਂਟ ਹੈ, ਥਰਮਲ ਪਲਾਂਟ, ਉਹਦਾ ਜ਼ਿਕਰ ਹੋ ਰਿਹਾ, ਔਰ ਦੂਜੇ ਬੰਨੇ ਅਡਾਨੀਆਂ ਦਾ ਬਾਹਰ ਜਾਣਾ, ਸਾਡੇ ਫਿਕਰ ਵਧੇ ਪਏ ਆ। ਫਿਕਰ ਇਸ ਕਰਕੇ ਵਧੇ ਆ ਕਿ ਅਸੀਂ ਆਪਣੇ ਹੱਥੀਂ ਕੁਝ ਘੱਟ ਕਰਨਾ ਜਾਣਦੇ ਹਾਂ। ਅਸੀਂ ਇੱਥੋਂ ਹਿਜਰਤ ਕਰ ਰਹੇ ਹਾਂ ਵਿਦੇਸ਼ ਨੂੰ। ਇਹ ਵੱਡਾ ਸਵਾਲ ਆ। ਮੈਂ ਭੂਮਿਕਾ ਵੱਡੀ ਕਰ ਗਿਆ, ਮਾਫੀ ਚਾਹੁੰਦਾ, ਲੇਕਿਨ ਸਾਡੇ ਤੇ ਇਹ ਦੋਸ਼ ਆ, ਅਸੀਂ ਸਿਰਫ ਸੰਘਰਸ਼ੀ ਰਹਿ ਗਏ ਹਾਂ। ਅਸੀਂ ਦਿਮਾਗ ਹੁਣ ਘੱਟ ਵਰਤਦੇ ਹਾਂ। ਮੈਂ ਥੋੜਾ ਜਿਹਾ ਅੱਗੇ ਆਵਾਂ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਜਿਹੜਾ ਅਡਹੌਕ ਤੇ ਸੀ, ਰੈਗੂਲਰ ਕਰਨ ਦਾ ਇੱਕ ਸਵਾਲ ਖੜਾ ਹੋਇਆ। ਦੂਜੇ ਬੰਨੇ ਉਹਨਾਂ ਕਿਹਾ ਕਿ 94% ਵਾਅਦੇ ਪੂਰੇ ਕਰਤੇ। ਇੱਕ ਵੱਡਾ ਸਵਾਲ ਸੀ ਜਿਹੜਾ ਪੁੱਛਿਆ ਗਿਆ ਮੈਨੂੰ, ਅਖੇ ਜੇ ਉਹ ਵਾਅਦੇ ਪੂਰੇ ਕਰਤੇ ਤੇ ਰਾਹ ਕਿਉਂ ਬਦਲਨੇ ਪਏ? ਤੁਹਾਡਾ ਤਾਂ ਚੌਪਰ ਵੀ ਨਹੀਂ ਉੱਥੇ ਉਤਰਿਆ ਜਿੱਥੇ ਉਤਰਨਾ ਸੀ। ਜਿਹੜੇ ਤੁਹਾਡੇ ਰਾਹ ਰੋਕਣ ਲਈ ਖੜੇ ਸੀ ਉਹ ਕਿਹੜੇ ਸੀ? 94% ਤੋਂ ਬਾਹਰ ਕਿੱਦਾਂ? ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਗੱਲ ਕੀਤੀ, ਸਾਡੇ 'ਚ ਮਤਭੇਦ ਨਹੀਂ। ਕਹਿੰਦੇ ਅਕਸਰ ਤੁਹਾਡੇ ਨਾਲ ਪ੍ਰਦੇਸ਼ ਪ੍ਰਧਾਨ ਹੋਇਆ ਕਰਦੇ ਸੀ, ਇਸ ਵਾਰੀ ਵਖਰੇਵੇਂ ਕਿਉਂ? ਜਾਂ ਮੰਨ ਲਓ ਤੇ ਜਾਂ ਫਿਰ ਕਹਿ ਦਿਓ ਕਿ ਸਾਡੇ 'ਚ ਵਖਰੇਵੇਂ ਆ। ਥੋੜਾ ਜਿਹਾ ਅੱਗੇ ਚੱਲਦੇ ਆ ਤੇ ਅੱਜ ਭਾਰਤ ਦੀ ਜਿਹੜੀ ਹਾਕੀ ਟੀਮ ਹੈ, ਮੈਨਸ ਹਾਕੀ ਟੀਮ ਹੈ, ਉਹਨੇ ਖੁਸ਼ੀ ਦਿੱਤੀ ਆ। ਅੱਧੀ ਸਦੀ ਵਾਂਗ ਅਸੀਂ ਉਡੀਕਦੇ ਰਹੇ ਤੇ ਇੱਕ ਵਾਰੀ ਫਿਰ ਕਿਸੇ ਤਮਗੇ 'ਚ ਅੱਗੇ ਵਧਾਂਗੇ। ਸੋ ਚੰਗੀ ਗੱਲ ਆ। ਮੈਂ ਤੁਹਾਡੇ ਤੋਂ ਇੱਕ ਦੋ ਹੋਰ ਸਵਾਲਾਂ ਤੇ ਗੱਲ ਕਰਨੀ ਆ। ਮੈਨੂੰ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਸਾਡੇ ਬੱਚੇ ਹਿਜਰਤ ਕਰ ਰਹੇ ਆ, ਵਿਦੇਸ਼ਾਂ ਨੂੰ ਜਾ ਰਹੇ ਆ, ਸਾਡੀ ਇੰਡਸਟਰੀ ਬਾਹਰ ਨੂੰ ਜਾ ਰਹੀ ਆ। 2002 ਦੇ ਵਿੱਚ ਕਾਲਾ ਦੌਰ ਖਤਮ ਹੁੰਦਿਆਂ ਹੀ ਸਾਨੂੰ ਕਈ ਤਰ੍ਹਾਂ ਦੀਆਂ ਗਵਾਂਢੀ ਸੂਬਿਆਂ ਦੀਆਂ ਰਾਹਤਾਂ ਨੇ ਮਾਰ ਲਿਆ। ਉਦੋਂ ਵੀ ਚਲੇ ਗਈ ਇੰਡਸਟਰੀ, ਹੁਣ ਵੀ ਜਾ ਰਹੀ ਆ। ਸਾਡੇ ਫਿਕਰ ਵੱਡੇ ਨੇ, ਸਾਡੇ ਸੰਘਰਸ਼ ਵੱਡੇ ਨੇ। ਇੱਕ ਪਾਸੇ ਅਸੀਂ ਕਿਸਾਨੀ ਅੰਦੋਲਨ ਮੌਕੇ ਆਪਣਾ ਆਪ ਦਿਖਾਇਆ ਹੈ ਤੇ ਦੂਜੇ ਬੰਨੇ ਅਸੀਂ ਗਿਵ ਅਪ ਵੀ ਕਰਦੇ ਹਾਂ। ਕੀ ਕਹਿੰਦੇ ਹੋ? ਬਿਲਕੁਲ ਰੰਧਾਵਾ ਜੀ, ਬਹੁਤ ਹੀ ਅਹਿਮ ਸਵਾਲ ਆ ਜੀ। ਸਾਡੇ ਜਿਹੜੇ ਬੱਚੇ ਕਿਸੇ ਟਾਈਮ UPSC ਲਈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਲਈ ਤਿਆਰੀਆਂ ਕਰਦੇ ਸੀ, ਔਰ ਮੈਂ ਅਕਸਰ ਯੂਨੀਵਰਸਿਟੀ ਦੇ ਵਿੱਚ ਦੇਖਦਾ ਸੀ ਬੱਚੇ ਇਸ ਕਰਕੇ ਐਡਮਿਸ਼ਨ ਲੈਂਦੇ ਸੀ ਜਾਂ ਕਈ ਵਾਰੀ ਸਕੂਲ ਤੋਂ, ਕਾਲਜ ਤੋਂ ਹੀ ਉਹ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ, ਖੈਰ UPSC ਤੇ ਆਪਾਂ ਬਾਅਦ ਆਉਂਦੇ ਹਾਂ, ਸਿਵਲ ਸਰਵਿਸਿਜ਼ ਤੇ ਬਾਅਦ ਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਡਿਫੈਂਸ ਫੋਰਸਿਸ ਦੀ। ਅਕਸਰ ਪੰਜਾਬ ਦੇ ਲੋਕ ਇਹ ਜਾਣੇ ਜਾਂਦੇ ਸੀ ਕਿ ਜਾਂ ਉਹ ਕਿਸਾਨੀ ਚ ਜਾਂਦੇ ਸੀ ਤੇ ਜਾਂ ਉਹ ਫੌਜ ਚ ਜਾਂਦੇ ਸੀ। ਤੁਸੀਂ ਦੇਖੋ ਆ ਜਿੰਨੇ ਕਿਸਾਨ ਬੈਠੇ ਨੇ ਇਸ ਟਾਈਮ ਅੰਦੋਲਨ ਕਰਦੇ ਨੇ, ਇਸ ਟਾਈਮ ਕਰ ਰਹੇ ਨੇ, ਜਾਂ ਕਿਸੇ ਦਾ ਬੱਚਾ, ਕਿਸੇ ਦਾ ਭਤੀਜਾ, ਕਿਸੇ ਦਾ ਭਾਣਜਾ, ਕਿਸੇ ਦਾ ਭੈਣ ਭਰਾ, ਤਕਰੀਬਨ ਕਿਤੇ ਨਾ ਕਿਤੇ ਕੋਈ ਡਿਫੈਂਸ ਫੋਰਸ ਤੁਹਾਨੂੰ ਜ਼ਰੂਰ ਮਿਲ ਜਾਏਗਾ। ਪਾਰਲੀਮੈਂਟ ਦੇ ਵਿੱਚ ਨੀਰਜ ਡਾਂਗੀ ਨੇ, ਰਾਜਸਥਾਨ ਦੇ MP ਨੇ, ਉਹਨਾਂ ਨੇ ਇਹ ਸਵਾਲ ਪੁੱਛਿਆ ਕਿ ਸਾਨੂੰ ਦੱਸਿਆ ਜਾਵੇ ਕਿ ਡਿਫੈਂਸ ਫੋਰਸਿਸ ਦੇ ਵਿੱਚ ਇਨਟੇਕ ਜਿਹੜਾ ਵੱਖਰੇ ਵੱਖਰੇ ਸੂਬਿਆਂ ਦਾ ਜਿਹੜੇ ਉਹਨਾਂ ਤੋਂ ਲਏ ਜਾਂਦੇ ਕਿੰਨਾ ਕੁ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਪੰਜਾਬ, ਹਰਿਆਣਾ ਤੇ ਨਾਲ ਹੀ ਤੁਸੀਂ ਜੰਮੂ ਕਸ਼ਮੀਰ ਲਾਓ ਤੇ ਲਦਾਖ ਲਾਓ, ਕਿਉਂਕਿ ਹੁਣ ਲਦਾਖ ਵੀ ਇੱਕ UT ਬਣ ਗਿਆ। ਇਹਨਾਂ ਚਾਰੋਂ ਤੁਸੀਂ ਦੇਖੋ, ਜੇ ਸੂਬੇ ਕਹਿ ਲਓ ਤੇ UTs ਦੇ ਵਿੱਚੋਂ ਜਿਹੜਾ ਇਨਟੇਕ ਆ ਡਿਫੈਂਸ ਫੋਰਸਿਸ ਦਾ, ਹੁਣ ਡਿਫੈਂਸ ਫੋਰਸਿਸ ਵੀ ਆਪਾਂ ਥੋੜਾ ਜਿਹਾ ਮੈਂ ਦੱਸ ਦਿੰਦਾ, ਉਹ ਚ ਆਰਮੀ ਆ ਜਾਂਦਾ, 에ਅਰ ਫੋਰਸ ਆ ਜਾਂਦੀ, ਨੇਵੀ। ਰੰਧਾਵਾ ਜੀ, ਇਹਦੇ ਵਿੱਚ ਇੱਕ ਚੌਥਾ ਵੀ ਹੈਗਾ, ਕੋਸਟ ਗਾਰਡ। ਜਨਰਲੀ ਆਪਣੇ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੈਗਾ, ਉਹ ਵੀ ਆਉਂਦਾ। ਇਹ ਸਾਰਿਆਂ ਦੇ ਵਿੱਚ ਲਗਭਗ 1,09,647 ਦੇ ਕਰੀਬ ਵੇਕੈਂਸੀਜ਼ ਹੁੰਦੀਆਂ, ਵੱਖਰੀਆਂ ਵੱਖਰੀਆਂ ਨਿਕਲਦੀਆਂ। ਇਹਦੇ ਵਿੱਚ ਜਿਹੜਾ ਇਨਟੇਕ ਆ ਬੱਚਿਆਂ ਦਾ, ਉਹ ਸਾਡੀਆਂ ਸਟੇਟਸ ਦਾ ਬਹੁਤ ਘਟ ਗਿਆ। ਹਿਮਾਚਲ ਪ੍ਰਦੇਸ਼ ਦਾ ਥੋੜਾ ਜਿਹਾ ਵਧਿਆ, ਔਰ ਤੁਸੀਂ ਦੇਖੋ ਕਿ ਜਿਹੜੇ ਕਰਨਾਟਕਾ ਹੋਇਆ, ਮਿਜ਼ੋਰਮ ਹੋਇਆ, ਵੈਸਟ ਬੰਗਾਲ ਹੋਇਆ, ਇਹਨਾਂ ਸਾਰਿਆਂ ਚੋਂ ਜਿਹੜਾ ਇਨਟੇਕ ਵਧਿਆ। ਦੂਸਰੀ ਗੱਲ, ਮੈਂ ਜਿਹੜੀ ਹਿੰਦੀ ਬੈਲਟ ਆ ਥੋੜਾ ਉਹਦੇ ਬਾਰੇ ਵੀ ਦੱਸਦਾ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ,
ਇਹਨਾਂ ਚੋਂ ਵੀ ਜਿਹੜਾ ਇਨਟੇਕ ਆ ਜਿਹੜਾ ਅੰਦਰ ਜਾਣਾ ਲੋਕਾਂ ਬੱਚਿਆਂ ਦਾ ਬਹੁਤ ਘਟਿਆ, ਲੇਕਿਨ ਸਾਡਾ ਕੰਸਰਨ ਪੰਜਾਬ ਨਾਲ ਜ਼ਰੂਰ ਆ। ਔਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਆ ਕਿ ਜਿਹੜੇ ਲੋਕ ਜਾਂ ਜਿਹੜੇ ਸਾਡੇ ਕਿਸਾਨਾਂ ਦੇ ਆਪਣੇ ਬੱਚੇ ਸੀ ਪਰਿਵਾਰਾਂ ਦੇ, ਉਹ ਫੌਜ 'ਚ ਜਾਣਾ ਬੜਾ ਮਾਣ ਮਹਿਸੂਸ ਕਰਦੇ ਸੀ, ਚਾਹੇ ਉਹ ਕਿਸੇ ਵੀ ਲੈਵਲ ਤੇ ਜਾਣ। ਇਸੇ ਕਰਕੇ ਸਾਡੇ ਸਕੂਲਾਂ ਦੇ ਵਿੱਚ ਜਾਂ ਈਵਨ ਕਿ ਜਿਹੜੇ ਸੈਨਿਕ ਸਕੂਲਾਂ ਡਿਫੈਂਸ ਫੋਰਸਿਸ ਨੇ ਖੋਲੇ ਹੋਏ ਆ, ਉਹਨਾਂ 'ਚ ਸ਼ੁਰੂ ਤੋਂ ਇਹ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਤੁਸੀਂ ਉੱਥੇ ਜਾਓ, ਤੇ ਲੋਕੀ ਬੜੀਆਂ ਕੋਸ਼ਿਸ਼ਾਂ ਕਰਦੇ ਹੁੰਦੇ ਸੀ, ਵਾਹ ਲਾਉਂਦੇ ਹੁੰਦੇ ਸੀ ਕਿ ਉਹਨਾਂ ਦੇ ਬੱਚੇ ਚਲੇ ਜਾਣ। ਹੁਣ ਜਿਹੜਾ ਟ੍ਰੈਂਡ ਆ ਔਰ ਬਾਹਰ ਜਾਣ ਦਾ ਟ੍ਰੈਂਡ ਆ, ਇਹਦੇ ਵਿੱਚ ਮੈਂ ਥੋੜਾ ਜਿਹਾ ਦੱਸਦਾ ਰੰਧਾਵਾ ਜੀ, ਕਿਉਂਕਿ ਮੈਂ ਆਪ ਕੈਨੇਡਾ ਦੇ ਵਿੱਚ ਰਿਹਾ ਤੇ ਉੱਥੇ ਜਾ ਕੇ ਉੱਥੇ ਮੈਂ ਨੌਕਰੀ ਕੀਤੀ ਹੈ ਮੀਡੀਆ ਦੇ ਵਿੱਚ, ਤੇ ਮੈਂ ਉੱਥੇ ਸਥਿਤੀ ਨੂੰ ਬੜੀ ਭਲੀ ਭਾਂਤੀ ਦੇਖਿਆ। ਜਿੰਨਾ ਪ੍ਰਚਾਰ ਇੱਥੇ ਕੀਤਾ ਜਾਂਦਾ ਕਿ ਤੁਸੀਂ ਬਾਹਰ ਜਾ ਕੇ ਤੁਹਾਡੇ ਜਿਹੜੇ ਸੁਪਨੇ ਆ ਉਹ ਪੂਰੇ ਹੋ ਜਾਣੇ, ਔਰ ਜਿੰਨੇ ਪੈਸੇ ਦੇ ਕੇ ਸਾਡੇ ਨੌਜਵਾਨ ਜਾਂਦੇ ਆ ਔਰ ਜੋ ਕੁਆਲੀਫਿਕੇਸ਼ਨਸ ਲੈ ਕੇ ਜਾਂਦੇ ਆ, ਤੁਸੀਂ ਯਕੀਨ ਮੰਨੋ ਉੱਥੇ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਜੌਬਸ ਨਹੀਂ ਮਿਲਦੀਆਂ। ਮੈਂ ਉੱਥੋਂ ਦੇ ਇੱਕ ਵਾਰੀ ਫੈਡਰਲ ਮਿਨਿਸਟਰ ਨੂੰ ਇੰਟਰਵਿਊ ਕਰ ਰਿਹਾ ਸੀਗਾ, ਕੈਨੇਡਾ ਦੇ ਫੈਡਰਲ ਮਿਨਿਸਟਰ ਨੂੰ, ਜਿਹੜੇ ਇਮੀਗ੍ਰੇਸ਼ਨ ਨਾਲ ਤਾਲੁਕ ਰੱਖਦੇ ਸੀ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਪੁਆਇੰਟ ਸਿਸਟਮ ਬਣਾ ਕੇ ਲੈ ਕੇ ਆਉਂਦੇ ਹੋ ਉਹਨਾਂ ਨੂੰ ਕੁਆਲੀਫਿਕੇਸ਼ਨ ਦੇ ਬੇਸਿਸ ਤੇ, ਕੋਈ ਇੰਜੀਨੀਅਰ ਹੁੰਦਾ, ਕੋਈ ਬਿਜ਼ਨਸ ਮੈਨੇਜਮੈਂਟ ਕਰਕੇ ਆਉਂਦਾ, ਕੋਈ ਤਮਾਮ ਤਰ੍ਹਾਂ ਦੀਆਂ ਉਹਨਾਂ ਦੇ ਕੁਆਲੀਫਿਕੇਸ਼ਨਸ ਹੁੰਦੀਆਂ, ਪਰ ਜਦੋਂ ਉੱਥੇ ਪਹੁੰਚਦੇ ਨੇ ਤੁਸੀਂ ਉਹਨਾਂ ਦੇ ਹੱਥ 'ਚ ਝਾੜੂ ਫੜਾ ਦਿੰਦੇ ਹੋ ਜਾਂ ਤੁਸੀਂ ਇਹੋ ਜਿਹੇ ਕੰਮਾਂ ਤੇ ਲਾ ਦਿੰਦੇ ਹੋ ਜੋ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਨਹੀਂ ਹੁੰਦਾ, ਤਾਂ ਯਕੀਨ ਮੰਨਿਓ ਉਹਨਾਂ ਕੋਲੇ ਇਸ ਦਾ ਪੁਖਤਾ ਜਵਾਬ ਨਹੀਂ ਸੀ। ਸਾਡੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਇੱਥੇ ਆਇਲਸ ਤੋਂ ਲੈ ਕੇ ਬਾਹਰ ਜਾਣ ਦੀਆਂ, ਇਮੀਗ੍ਰੇਸ਼ਨ ਤੋਂ ਲੈ ਕੇ, ਔਰ ਇਸੇ ਤਰ੍ਹਾਂ ਦੇ ਰੈਕੇਟਸ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਵੀ ਚੱਲਦੇ ਆ ਔਰ ਸਰਕਾਰਾਂ ਦੀ ਜਾਣਕਾਰੀ ਦੇ ਵਿੱਚ ਆ। ਸੋ ਇਸ ਕਰਕੇ ਇਹ ਜਿਹੜਾ ਸਾਡੀ ਹੋੜ ਲੱਗੀ ਹੋਈ ਆ ਔਰ ਜਿਹੜੀ ਭੇਡ ਚਾਲ ਬਣੀ ਹੋਈ ਆ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਨੂੰ ਇੱਥੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਸਾਡੀਆਂ ਸਰਕਾਰਾਂ ਨੂੰ ਸੋਚਣਾ ਪਊਗਾ, ਕੋਈ ਪਾਲਿਸੀ ਬਣਾਉਣੀ ਪਊਗੀ, ਤਾਂ ਕਿ ਇਹ ਜਿਹੜਾ ਸਾਡਾ ਸਰਮਾਇਆ, ਜਿਹੜਾ ਸਾਡਾ ਆਪਣਾ ਜਿਹੜਾ ਯੂਥ ਆ, ਉਹ ਬਾਹਰ ਜਾਣ ਤੋਂ ਰੁਕੇ ਤੇ ਕੁਰਾਹੇ ਨਾ ਪਏ। ਕਿਉਂਕਿ ਆਮ ਤੌਰ ਤੇ ਤੁਸੀਂ ਇੰਨੇ ਕੇਸ ਸੁਣੇ ਹੋਣੇ ਆ ਚੀਟਿੰਗ ਦੇ, ਲੇਕਿਨ ਭੇਡ ਚਾਲ ਇੰਨੀ ਹੈ ਕਿ ਗੁਆਂਢੀ ਦਾ ਬੱਚਾ ਚਲਾ ਗਿਆ, ਔਰ ਜਿਹੜਾ ਪੀਅਰ ਗਰੁੱਪ ਪ੍ਰੈਸ਼ਰ ਆ ਬੱਚਿਆਂ ਤੇ ਕਿ ਸਾਡੇ ਦੋਸਤ ਚਲੇ ਗਏ, ਸਾਡੇ ਮਿੱਤਰ ਚਲੇ ਗਏ, ਅਸੀਂ ਇਕੱਲੇ ਰਹਿ ਗਏ, ਇਹ ਵੀ ਇੱਕ ਤਰ੍ਹਾਂ ਇਹ ਚ ਕੰਟਰੀਬਿਊਟ ਕਰਦਾ। ਸੋ ਐਜੂਕੇਟ ਕਰਨਾ ਪੈਣਾ। ਬਹੁਤ ਦੇਰ ਤੋਂ ਅਸੀਂ ਐਜੂਕੇਟ ਕਰ ਰਹੇ ਹਾਂ, ਲੇਕਿਨ ਸਰਕਾਰਾਂ ਵੱਲੋਂ ਜਾਂ ਈਵਨ ਕਿ ਜਿਹੜੇ NGOs ਨੇ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨ, ਉਹਨਾਂ ਵੱਲੋਂ ਵੀ ਉਪਰਾਲਾ ਕਰਨਾ ਪੈਣਾ, ਕਿਉਂਕਿ ਜਿਹੜੇ ਜਾ ਕੇ ਉੱਥੇ ਇੰਨੇ ਪੈਸੇ ਲਾ ਕੇ ਜਾਂਦੇ ਆ, ਤੁਸੀਂ ਯਕੀਨ ਮੰਨੋ ਇੰਨੇ ਪੈਸੇ ਉੱਥੇ ਲੋਕਾਂ ਨੂੰ ਬਣਦੇ ਨਹੀਂ ਆ ਜਿੰਨੇ ਸੋਚ ਕੇ ਜਾਂਦੇ ਨੇ। ਕਿੰਨੇ ਕਰਜ਼ੇ ਲੈ ਕੇ, ਆਪਣੇ ਕੋਈ ਲੈਂਡ ਵੇਚ ਕੇ, ਐਗਰੀਕਲਚਰ ਲੈਂਡ ਜਿਵੇਂ ਖੇਤੀਬਾੜੀ ਦੀ ਜ਼ਮੀਨ ਹੋ ਗਈ, ਕੋਈ ਕਰਜ਼ਾ ਚੁੱਕ ਕੇ ਜਾਂਦਾ ਬੈਂਕਾਂ ਤੋਂ, ਕੋਈ ਘਰ ਵੇਚ ਕੇ ਜਾਂਦਾ, ਤੇ ਉਸ ਤੋਂ ਬਾਅਦ ਜਾ ਕੇ ਉੱਥੇ ਪਤਾ ਲੱਗਦਾ। ਤੇ ਫਿਰ ਤੁਸੀਂ ਰੰਧਾਵਾ ਜੀ, ਇੱਕ ਗੱਲ ਮੈਂ ਇਹ ਚ ਕਹਿਣਾ ਕਿ ਵਾਪਸ ਆਉਣਾ ਵੀ ਉਹਨਾਂ ਬੱਚਿਆਂ ਲਈ ਮੁਸ਼ਕਲ ਹੋ ਜਾਂਦਾ ਜਦੋਂ ਪੇਰੈਂਟਸ ਇਹ ਕਹਿ ਦਿੰਦੇ ਨੇ ਆ ਕੇ ਕਰੋਗੇ ਕੀ, ਅਸੀਂ ਤਾਂ ਕਰਜ਼ਾ ਲਈ ਬੈਠੇ ਆ। ਸੋ ਇਹ ਬੜਾ ਇੱਕ ਵਿਸ਼ੇਸ਼ ਸਰਕਲ ਆ, ਇਹਦੇ ਚੋਂ ਬਾਹਰ ਆਉਣ ਦੀ ਲੋੜ ਆ ਔਰ ਐਜੂਕੇਟ ਜਿਹੜੇ ਲੋਕਾਂ ਨੂੰ ਕਰਨ ਦੀ ਲੋੜ ਹੈ ਜੀ। ਠੀਕ ਹੈ ਮਨਪ੍ਰੀਤ ਜੀ, ਤੁਹਾਡੀ ਗੱਲ ਕਿ ਉੱਥੇ ਜਿੰਨੇ ਕੁ ਪੈਸੇ ਬਣਦੇ ਆ ਉਹ ਹਰ ਮਹੀਨੇ ਉਵੇਂ ਹੀ ਲੱਗ ਜਾਂਦੇ ਆ। ਉਹ ਇੱਕ ਐਸਾ ਘੇਰਾ, ਇੱਕ ਐਸਾ ਖੂਹ ਆ ਜਿਹਦੇ 'ਚ ਆਵਾਜ਼ ਤਾਂ ਸੁਣਦੀ ਆ ਲੇਕਿਨ ਬਾਹਰ ਨਿਕਲਣ ਦਾ ਰਸਤਾ ਕੋਈ ਨਹੀਂ। ਮੈਂ ਇਹ ਥੋੜਾ ਜਿਹਾ ਪਿਛਾਂਹ ਨੂੰ ਆਊਂਗਾ ਕਿ ਜਿਹੜੇ ਇਹ ਆਰਮਡ ਫੋਰਸਿਸ ਦੇ ਵਿੱਚ ਖਾਸ ਤੌਰ ਤੇ ਆਰਮੀ ਵਗੈਰਾ 'ਚ ਸਾਡੇ ਬੱਚੇ ਜਾਣੇ ਘਟ ਗਏ, ਇਹਦਾ ਪਹਿਲੂ ਸਮਝ ਨਹੀਂ ਆਉਂਦਾ। ਇੱਕ ਜਾਂ ਤਾਂ ਅਸੀਂ ਹੁਣ ਉਸ ਤੋਂ ਵਧੀਆ ਨੌਕਰੀਆਂ ਲੱਭਣੀਆਂ ਚਾਹੁੰਦੇ ਆ, ਜਾਂ ਅਸੀਂ ਹੁਣ ਉਹਨਾਂ ਨੂੰ ਮਾੜੀਆਂ ਸਮਝਦੇ ਆ, ਜਾਂ ਫਿਰ ਸਾਡੇ ਜੁੱਸੇ ਨਹੀਂ ਉਹੋ ਜਿਹੇ ਰਹੇ। ਇੱਕ ਪਹਿਲੂ ਸੀਗਾ, ਕਹਿੰਦੇ ਜੀ ਸਾਡੀ ਆਰਮੀ ਦੇ ਵਿੱਚ ਭਰਤੀ ਨੂੰ ਲਿਮਟਿਡ ਕਰਤਾ ਗਿਆ ਸੀਗਾ, ਪ੍ਰਦੇਸ਼ ਦੀ ਜਿਹੜੀ ਗਿਣਤੀ ਹੈ ਉਹਦੀ ਜਨਗਣਨਾ ਦੇ ਹਿਸਾਬ ਨਾਲ ਸ਼ਾਇਦ ਉਹਨੂੰ ਨਿਰਧਾਰਿਤ ਕਰਤਾ ਸੀ। ਨਹੀਂ ਤਾਂ ਪਹਿਲਾਂ ਬਹੁਤੇ ਪੰਜਾਬੀ ਚਲੇ ਜਾਂਦੇ ਹੁੰਦੇ ਸੀ, ਡੀਲ ਡੋਲ ਦੇ ਵਧੀਆ ਸੀਗੇ। ਹੁਣ ਉਹ ਜਿਹੜੀ ਸਾਡੀ ਇੱਕ ਨਿਰਧਾਰਿਤ ਸੀਮਾ ਹੈ, ਜਿੰਨੇ ਸਾਨੂੰ ਲਏ ਜਾਣੇ ਆ ਉਤੋਂ ਵੀ ਘੱਟ ਮਿਲ ਰਹੇ ਆ ਆਰਮੀ ਦੇ ਵਿੱਚ। ਹੁਣ ਉਹਨੇ ਲੋਕ ਵੀ ਨਹੀਂ ਜਾ ਰਹੇ ਜਿੰਨੇ ਭਰਤੀ ਹੋਣੇ ਚਾਹੀਦੇ ਆ ਸਾਡੇ ਪ੍ਰਦੇਸ਼ ਵੱਲੋਂ, ਜਿੰਨਾ ਸਾਡਾ ਕੋਟਾ ਹੈ। ਲੇਕਿਨ ਦੂਜਾ ਪਹਿਲੂ ਇਹ ਵੀ ਹੈ ਕਿ ਸਾਡੇ ਕੋਲ ਹੁਣ, ਜੇ ਮੈਂ ਸਿੱਖਾਂ ਦੀ ਗੱਲ ਕਰਾਂ, ਮੈਂ ਮਾਫੀ ਮੰਗ ਲੈਣਾ ਕਿਉਂਕਿ ਇਹ ਇੱਕ ਵੱਡਾ ਸਵਾਲ ਉੱਠਦਾ ਰਹਿੰਦਾ ਕਿ ਸਿੱਖਾਂ ਦੇ ਜਾਂ ਦਸਤਾਰਧਾਰੀ ਜਿਹੜੇ ਹੁਣ ਬਹੁਤ ਘੱਟ SSP, ਬਹੁਤ ਘੱਟ DC, ਬਹੁਤ ਘੱਟ ਐਸੇ ਅਫਸਰ ਮਿਲਦੇ ਆ ਜਿਹੜੇ ਫੋਰਨ ਦੇ ਵਿੱਚ ਐਮਬੈਸਡਰ ਹੋਣ। ਇਹ ਵੀ ਇੱਕ ਤਰਾਸਦੀ ਆ, ਖਾਸ ਤੌਰ ਤੇ ਪੰਜਾਬ ਨਾਲ ਜੁੜੇ ਬੱਚੇ। ਪੰਜਾਬ ਦੇ ਵਿੱਚ ਜਦੋਂ ਤੁਸੀਂ ਇਹ ਹਰ ਸਾਲ ਇਸ ਤਰ੍ਹਾਂ ਦਾ ਇੱਕ ਵਰਗ ਆਉਂਦਾ ਹੈ ਤੇ ਉਹਦੇ ਵਿੱਚ ਪੰਜਾਬ ਦੇ ਬੱਚੇ ਬੜੇ ਘੱਟ ਹੁੰਦੇ ਟ੍ਰੇਨਿੰਗ ਲਈ, ਜਿਹੜੇ ਇੱਥੇ ਆ ਕੇ ਇੱਥੋਂ ਮਿੱਟੀ ਦੀ ਜਿਹੜੀ ਸਾਡੀ ਕਲਚਰ ਦੀ ਸਮਝ ਰੱਖਦੇ ਹੋਣ ਤੇ ਫਿਰ ਸਾਡੇ ਇੱਥੇ ਪ੍ਰਸ਼ਾਸਨਿਕ ਸੇਵਾ ਦੇਣ। ਹੌਲੀ ਹੌਲੀ ਪਹਿਲੇ ਰਿਟਾਇਰ ਹੋ ਰਹੇ ਆ, ਨਵਿਆਂ ਦੇ ਵਿੱਚ ਗਿਣਤੀ ਘਟ ਰਹੀ ਹੈ। ਇਹ ਵੀ ਖਤਰਨਾਕ ਪਹਿਲੂ ਆ। ਚਲੋ ਇਹਨੂੰ ਵੀ ਛੱਡ ਦਈਏ ਮਨਪ੍ਰੀਤ ਜੀ, ਜੇਕਰ ਅਸੀਂ ਆਪਣਾ ਇੱਥੇ ਢਾਂਚਾ ਵਿਕਸਿਤ ਕਰ ਲੈਂਦੇ, ਇੰਡਸਟਰੀ ਵਿਕਸਿਤ ਕਰ ਲੈਂਦੇ, ਅਸੀਂ ਆਪਣਾ ਹੁਨਰ ਖੇਤੀ ਨਾਲ ਜੋੜਿਆ ਜਾਂ ਬਾਕੀ ਹੋਰ ਕੋਈ ਕਰ ਲੈਂਦੇ,
ਤਾਂ ਕਿ ਸਾਡੇ ਆਪਣੇ ਲੋਕ ਜਿਵੇਂ ਜਿਵੇਂ ਗ੍ਰੀਕ ਸੀਗੇ ਕਿਸੇ ਵੇਲੇ, ਉਹ ਦੁਨੀਆ 'ਚ ਛਾ ਗਏ ਤੇ ਹੁਨਰ ਕਰਕੇ ਛਾ ਗਏ, ਲੇਬਰ ਕਰਕੇ ਨਹੀਂ ਛਾਏ। ਮੈਨੂੰ ਹੁਣ ਵੀ ਇਹ ਸਮੱਸਿਆ ਲੱਗ ਰਹੀ ਹੈ ਕਿ ਸਾਡਾ ਮਸਲਾ ਵਸੀਹ ਹੋ ਰਿਹਾ, ਸਾਡੀ ਇੱਥੇ ਜਿਹੜੀ ਜਿਹੜੀ ਇਨਵੈਸਟਮੈਂਟ ਸੀ ਉਹ ਬਾਹਰ ਜਾ ਰਹੀ ਆ, ਸਾਡੀ ਇੰਡਸਟਰੀ ਹਿਜਰਤ ਕਰ ਰਹੀ ਆ, ਸਾਡੇ ਬੱਚੇ ਵੀ ਹਿਜਰਤ ਕਰ ਰਹੇ ਆ। ਇਸ ਖਿੱਤੇ ਦੇ ਵਿੱਚ ਹੁਣ ਨਵੀਂ ਪਾਉਣ ਕਿਹੜੀ ਹੋਣੀ ਚਾਹੀਦੀ ਆ, ਇਹ ਵੱਡਾ ਸਵਾਲ। ਮੈਂ ਇਹ ਤੁਹਾਨੂੰ ਐਡਰੈਸ ਕਰਨ ਲਈ ਜ਼ਰੂਰ ਕਹੂੰਗਾ ਕਿ ਜੇ ਇਹ ਸਾਰੇ ਘਟਨਾਕ੍ਰਮ ਐਵੇਂ ਹੀ ਵਾਪਰਦੇ ਰਹਿੰਦੇ ਆ ਤੇ ਸਾਡਾ ਫਿਊਚਰ ਕਿਹੋ ਜਿਹਾ? ਬਿਲਕੁਲ, ਤੁਸੀਂ ਮੈਂ ਪਹਿਲਾਂ ਵੀ ਕਿਹਾ ਸੀ, ਬੜਾ ਵਾਜਿਬ ਸਵਾਲ ਆ। ਜਿਵੇਂ ਅਸੀਂ ਪਹਿਲਾਂ UPSC ਦੀ ਗੱਲ ਕੀਤੀ, ਬਹੁਤ ਸਾਰੇ ਬੱਚੇ ਸਾਡੇ ਜਿਹੜੇ ਆ ਉਹ 'ਚ ਜਾਂਦੇ ਸੀ। ਹੁਸ਼ਿਆਰਪੁਰ ਤੋਂ ਮੈਨੂੰ ਪਤਾ ਕਿ ਪੰਜਾਬ ਕੈਡਰ ਦੇ ਜਿਹੜੇ ਬੱਚੇ ਸੀ ਉਹ ਕੁਆਲੀਫਾਈ ਕਰਦੇ ਹੁੰਦੇ ਸੀਗੇ, ਹੋਰ ਵੀ ਤਮਾਮ ਡਿਸਟ੍ਰਿਕਟਸ ਦੇ ਵਿੱਚੋਂ। ਲੇਕਿਨ ਹੌਲੀ ਹੌਲੀ ਇਹ ਟ੍ਰੈਂਡ ਘਟ ਗਿਆ। ਤੁਸੀਂ IPS ਆਫਿਸਰਸ ਦੀ ਗੱਲ ਕੀਤੀ, SSPs ਦੀ ਗੱਲ ਕੀਤੀ, ਡਿਪਟੀ ਕਮਿਸ਼ਨਰਸ ਦੀ ਗੱਲ ਕੀਤੀ, ਔਰ ਤੁਸੀਂ ਯਕੀਨ ਮੰਨੋ ਰੰਧਾਵਾ ਜੀ, ਬਹੁਤ ਸਾਰਾ ਜਿਹੜਾ ਕੈਡਰ ਆ ਸਾਡਾ ਬਾਹਰਲੀ ਸਟੇਟਸ ਤੋਂ ਆਉਂਦਾ। ਜੇ ਤੁਸੀਂ IPS ਆਫਿਸਰ ਦੀ ਗੱਲ ਕਰ ਲਓ, ਤੁਸੀਂ ਦੇਖੋ SS ਵਿਰਕ ਹੋਏ ਆ, ਉਹ ਮਹਾਰਾਸ਼ਟਰ ਕੈਡਰ ਤੋਂ ਸੀ। ਬਹੁਤ ਦੇਰ ਤੱਕ ਰੌਲਾ ਪੈਂਦਾ ਰਿਹਾ ਕਿ ਬਾਹਰਲੇ ਕੈਡਰ ਤੋਂ। ਪਰਮਦੀਪ ਸਿੰਘ ਗਿੱਲ ਹੋਏ ਆ DGP, ਉਹ ਜੰਮੂ ਕਸ਼ਮੀਰ ਕੈਡਰ ਦੇ ਸੀ। ਈਵਨ ਕਿ KPS ਗਿੱਲ, ਜਿਨ੍ਹਾਂ ਨੂੰ ਜਾਣਿਆ ਜਾਂਦਾ, ਉਹ ਬਾਹਰਲੇ ਕੈਡਰ ਤੇ ਸੀ, ਅਸਾਮ ਕੈਡਰ ਦੇ ਸੀ। ਰਿਬੇਰੋ, ਉਹਨਾਂ ਨੂੰ ਵੀ ਬਾਹਰੋਂ। ਮੇਰਾ ਕਹਿਣ ਦਾ ਮਤਲਬ ਆ, ਜੇ ਤੁਸੀਂ ਪੁਲਿਸ ਦੀ ਸਾਰੇ ਤੁਸੀਂ DGPs ਦੇਖ ਲਓ ਜਿਹੜੇ ਅਪਾਇੰਟ ਕੀਤੇ ਗਏ ਆ, ਤਕਰੀਬਨ ਬਾਹਰੋਂ ਲਿਆ ਕੇ ਲਾਏ ਗਏ ਆ। ਸਾਡੇ ਪੰਜਾਬ ਕੈਡਰ ਦੇ ਬਹੁਤ ਘੱਟ ਆਫਿਸਰਸ ਨੇ। ਇਸੇ ਤਰ੍ਹਾਂ ਤੁਸੀਂ ਸਿਵਲ ਸਰਵਿਸਿਜ਼ ਦੇ ਵਿੱਚ ਵੀ ਦੇਖ ਲਓ, ਬਾਹਰਲੇ ਕੈਡਰ ਦੇ। ਕੋਈ ਮਾੜੀ ਗੱਲ ਨਹੀਂ ਆ। ਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਆ, ਇੱਕ ਦੂਸਰੇ ਦੇ ਪ੍ਰਦੇਸ਼ਾਂ ਦੇ ਵਿੱਚ, ਸੂਬਿਆਂ ਦੇ ਵਿੱਚ ਜਾ ਕੇ ਨੌਕਰੀ ਕਰਨੀ, ਲੇਕਿਨ ਸਾਡੀ ਜਿਹੜੀ ਚਿੰਤਾ, ਬੇਸਿਕ ਚਿੰਤਾ ਇਹ ਆ ਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਲਈ ਕੁਆਲੀਫਾਈ ਜਾਂ ਕਿਸੇ ਤਰ੍ਹਾਂ ਅਟੈਂਪਟ ਕਿਉਂ ਨਹੀਂ ਕਰਦੇ। ਕਿਸੇ ਟਾਈਮ ਜਦੋਂ ਪੇਰੈਂਟਸ ਹੁੰਦੇ ਸੀ, ਮੈਨੂੰ ਯਾਦ ਆ ਕੋਈ ਟਾਈਮ ਸੀ ਜਦੋਂ ਡਾਕਟਰਸ ਤੇ ਇੰਜੀਨੀਅਰਸ ਦੀ ਗੱਲ ਚੱਲਦੀ ਸੀ, ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇਹਦੇ ਲਈ ਪ੍ਰੈਪਰੇਸ਼ਨਸ ਕਰੋ। ਉਸ ਤੋਂ ਬਾਅਦ ਸਿਵਲ ਸਰਵਿਸਿਜ਼ ਦਾ ਵੀ ਇੱਕ ਦੌਰ ਆਇਆ, ਤੇ ਹੁਣ ਸਡਨਲੀ ਜਿਹੜਾ ਦੌਰ ਆ ਉਹ ਬਾਹਰਲੇ ਮੁਲਕਾਂ ਦਾ ਆਇਆ। ਮੇਰਾ ਕਹਿਣ ਦਾ ਮਤਲਬ ਆ ਕਿ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਕਿਤੇ ਨਾ ਕਿਤੇ। ਦੇਖੋ, ਇਹਦੇ ਵਿੱਚ ਜਿਹੜਾ ਬਾਜ਼ਾਰਵਾਦ ਆ, ਇਹ ਜਿਹੜਾ ਸਾਡਾ ਕਮਰਸ਼ਲਾਈਜੇਸ਼ਨ ਆ, ਜਦੋਂ ਆਰਮੀ ਦੇ ਆਰਮਡ ਫੋਰਸਿਸ ਜਾਂ ਜੇ ਤੁਸੀਂ ਗਵਰਨਮੈਂਟ ਜੌਬਸ ਦੀ ਗੱਲ ਕਰੋ, ਔਰ ਖਾਸ ਤੌਰ ਤੇ ਜਿਹੜੀਆਂ ਖਾਸ ਤੌਰ ਤੇ ਜਿਹਨੂੰ ਅਸੀਂ ਐਲੀਟ ਸਰਵਿਸਿਜ਼ ਵੀ ਕਹਿ ਦਿੰਦੇ ਨਾ, ਖੈਰ ਤਾਂ ਹੈ ਤਾਂ ਉਹ ਪਬਲਿਕ ਸਰਵਿਸਿਜ਼ ਹੀ। ਉਹਨਾਂ ਬਾਰੇ ਤਿਆਰੀ ਕਰਨ ਦੀ ਜਦੋਂ ਰੰਧਾਵਾ ਜੀ ਗੱਲ ਆਉਂਦੀ ਹੈ, ਤੇ ਕਿਤੇ ਨਾ ਕਿਤੇ ਜਿਹੜੇ ਸਾਡਾ ਨੌਜਵਾਨ ਆ ਜਾਂ ਜਿਹੜਾ ਸਾਡਾ ਬੱਚਾ ਸਟੂਡੈਂਟ ਆ, ਉਹਨੂੰ ਸ਼ਾਇਦ ਕਿਤੇ ਨਾ ਕਿਤੇ ਗਾਈਡੈਂਸ ਦੀ, ਜਾਂ ਸ਼ਾਇਦ ਉਹਨਾਂ ਨੂੰ ਉਸ ਤਰ੍ਹਾਂ ਦਾ ਜਿਹੜੀ ਉਹਨਾਂ ਨੂੰ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਉਪਲਬਧ ਹੋਣੀ ਚਾਹੀਦੀ ਆ ਸਕੂਲ ਲੈਵਲ ਤੋਂ, ਕਾਲਜ ਲੈਵਲ ਤੋਂ, ਯੂਨੀਵਰਸਿਟੀ ਦੇ ਵਿੱਚ, ਉਹਦੇ ਵਿੱਚ ਕਮੀ ਹੈ। ਤੇ ਮੈਂ ਜਿਹੜੀ ਪਹਿਲਾਂ ਜ਼ਿਕਰ ਕਰਕੇ ਤੁਹਾਨੂੰ ਹਟਿਆ ਸੀ ਕਿ ਜਿਹੜਾ ਲਗਾਤਾਰ ਪ੍ਰੈਸ਼ਰ ਆ ਤੇ ਆਸੇ-ਪਾਸੇ ਮਾਹੌਲ ਆ ਬਾਹਰ ਜਾਣ ਦਾ, ਉਹ ਬਣਿਆ ਹੋਇਆ। ਸੋ ਇਸ ਕਰਕੇ ਉਹ ਪੜ੍ਹਾਈਆਂ ਵਿੱਚ ਛੱਡ ਦਿੰਦੇ ਨੇ, ਬਲਕਿ ਤੁਸੀਂ ਦੇਖੋ ਸਕੂਲਾਂ ਤੋਂ ਪੜ੍ਹਾਈਆਂ ਛੱਡ ਕੇ ਬਹਿ ਜਾਂਦੇ ਨੇ, ਕਿਉਂਕਿ ਮਾਂ-ਪਿਓ ਵੀ ਕਿਸੇ ਨਾ ਕਿਸੇ ਤਰ੍ਹਾਂ ਇਨਕਰੇਜ ਇਹੀ ਕਰਦਾ ਕਿ ਤੂੰ ਪੜ੍ਹ ਕੇ ਕੀ ਲੈਣਾ, ਤੈਨੂੰ ਤਾਂ ਅਸੀਂ ਬਾਹਰ ਭੇਜ ਦੇਣਾ, ਇਹ ਤੋਂ ਇੱਥੇ ਕੁਝ ਨਹੀਂ ਹੋਣਾ, ਤੈਨੂੰ ਤਾਂ ਅਸੀਂ ਬਾਹਰ ਭੇਜ ਦੇਣਾ, ਇਹਨੇ ਇੱਥੇ ਕੀ ਕਰਨਾ। ਸੋ ਕਹਿਣ ਦਾ ਮਤਲਬ, ਅੱਛਾ, ਫਿਰ ਇੱਕ ਜਿਹੜਾ ਇਹਦੇ ਪਿੱਛੇ ਬਹਾਨਾ ਲਾਇਆ ਜਾਂਦਾ ਕਿ ਇੱਥੋਂ ਦਾ ਮਾਹੌਲ ਸਿਕਿਉਰ ਨਹੀਂ ਆ, ਇੱਥੇ ਤਾਂ ਡਰੱਗਸ ਆ, ਇੱਥੇ ਤਾਂ ਗੈਂਗ ਵਾਇਲੈਂਸ ਆ। ਤੁਸੀਂ ਯਕੀਨ ਮੰਨੋ, ਮੈਂ ਕਿਸ ਦਿਨ ਤੁਹਾਨੂੰ ਆંકੜੇ ਦਊਂਗਾ, ਕੈਨੇਡਾ ਦੇ ਵਿੱਚ ਵੀ ਜਿਹੜੀ ਗੈਂਗ ਵਾਇਲੈਂਸ ਆ, ਜਿਹੜੀ ਡਰੱਗਸ ਆ, ਉੱਥੇ ਇੰਨੀ ਜ਼ਿਆਦਾ, ਇੱਕ ਸਾਲ ਕੱਲੇ BC ਦੇ ਵਿੱਚ, ਜੇ ਬ੍ਰਿਟਿਸ਼ ਕੋਲੰਬੀਆ ਦੀ, ਮੈਂ ਕੈਨੇਡਾ ਦੀ ਗੱਲ ਕਰ ਲਾਂ, ਉੱਥੇ 5 ਮਿਲੀਅਨ, ਰੰਧਾਵਾ ਜੀ ਇਹ ਗੱਲ ਕਰਨੀ ਜ਼ਰੂਰੀ ਆ, 5 ਮਿਲੀਅਨ ਪੋਪੂਲੇਸ਼ਨ ਹੈ, ਸਿਰਫ 50 ਲੱਖ ਪੂਰੇ ਸੂਬੇ ਦੀ ਉੱਥੇ ਤੇ BC ਦੀ, ਤੇ ਉੱਥੇ ਇੱਕ ਸਾਲ ਦੇ ਵਿੱਚ 1700 ਜਿਹੜੇ ਵਿਅਕਤੀ ਆ ਉਹ ਡਰੱਗ ਓਵਰਡੋਜ਼ ਨਾਲ ਮਰ ਜਾਂਦੇ ਆ। ਸੋ ਮੇਰਾ ਕਹਿਣ ਦਾ ਮਤਲਬ, ਸਿਰਫ ਅਸੀਂ ਪੰਜਾਬ ਨੂੰ ਇਹ ਕਹਿੰਦੇ ਆ ਕਿ ਠੀਕ ਆ, ਸਮੱਸਿਆ ਹੈ, ਉਹਨੂੰ ਹੱਲ ਕਰੋ, ਉਹਨਾਂ ਨੂੰ ਰੀਹੈਬਿਲਿਟੇਸ਼ਨ ਸੈਂਟਰਸ ਲੈ ਕੇ ਆਓ, ਜਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਮੁਕਤ ਰੱਖੋ। ਇਹ ਜ਼ਰੂਰ ਸਾਡੇ ਸੁਸਾਇਟੀ ਦਾ, ਸਮਾਜ ਦਾ ਉਪਰਾਲਾ ਹੋਣਾ ਚਾਹੀਦਾ, ਲੇਕਿਨ ਇਹਦੀ ਆੜ ਦੇ ਵਿੱਚ ਅਸੀਂ ਇਹ ਸੋਚ ਕੇ ਭੇਜੀ ਜਾਈਏ ਕਿ ਬਾਹਰ ਚਲੇ ਜਾਣ, ਬਾਹਰ ਚਲੇ ਜਾਣ, ਤੇ ਇਸੇ ਕਰਕੇ ਉਹਨਾਂ ਦਾ ਧਿਆਨ ਚਾਹੇ ਡਿਫੈਂਸ ਫੋਰਸਿਸ ਆ, ਚਾਹੇ ਸਿਵਲ ਸਰਵਿਸਿਜ਼ ਆ, ਜਾਂ ਹੋਰ ਤਰ੍ਹਾਂ ਦੀਆਂ ਤਮਾਮ ਸਰਵਿਸਿਜ਼ ਦੇ ਉਹਨਾਂ ਦੇ ਵਿੱਚ ਨਹੀਂ ਰਹਿੰਦਾ। ਤੇ ਇਹ ਇੱਕ ਬਹੁਤ ਵੱਡਾ ਕਾਰਨ ਹੈ, ਜਿਸ 'ਚ ਸਾਡੇ ਸਾਰੇ ਸਮਾਜ ਨੂੰ ਇੱਕ ਬਹੁਤ ਇੰਪੋਰਟੈਂਟ ਤੇ ਅਹਿਮ ਰੋਲ ਪਲੇ ਕਰਨ ਦੀ ਜਿਹੜੀ ਹੈ ਉਹ ਜ਼ਰੂਰਤ ਆ। ਮਨਪ੍ਰੀਤ ਜੀ, ਇਹਦੇ 'ਚ ਮੈਨੂੰ ਯਾਦ ਹੈ ਕਿ ਪਹਿਲਾਂ ਜਿਹੜੇ ਸਾਡੇ IPS ਜਾਂ IAS ਆਫੀਸਰ ਹੁੰਦੇ ਸੀ, ਉਹ ਆਪਣੇ ਬੱਚਿਆਂ ਨੂੰ ਮੁੱਢਲੀ ਪੜ੍ਹਾਈ ਦੌਰਾਨ ਹੀ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਸੀ ਕਿ ਤੁਸੀਂ ਵੀ ਇਹਨਾਂ ਸਰਵਿਸਿਜ਼ ਦੇ ਵਿੱਚ ਜਾਣਾ। ਤੇ ਮੈਨੂੰ ਯਾਦ ਹੈ ਕਿ ਪੀੜ੍ਹੀ ਦਰ ਪੀੜ੍ਹੀ ਵੀ ਕਈ ਪਰਿਵਾਰ ਇਸ ਤਰ੍ਹਾਂ ਅੱਗੇ ਵੱਧਦੇ ਰਹੇ ਤੇ ਪੰਜਾਬ ਦਾ ਨਾਮ ਵੀ ਤੁਰਦਾ ਰਿਹਾ ਕਿ ਸਾਡੇ ਆਪਣੇ ਅਫਸਰ ਬਣ ਜਾਂਦੇ। ਖੈਰ ਚਲੋ, ਜਿੱਥੋਂ ਵੀ ਆਉਣ, ਸ਼ਾਇਦ ਹੁਣ ਸਾਡੇ ਜਿਹੜੇ ਇਹ ਵੱਡ ਆਕਾਰੀ ਜਿਹੜੇ ਚਿਹਰੇ ਆ, ਇਹ ਵੱਡੇ ਅਫਸਰ ਨੇ, ਬਿਊਰੋਕ੍ਰੇਸੀ ਆ, ਇਹ ਹੁਣ ਚਾਹੁੰਦੀ ਨਹੀਂ ਗੀ ਕਿ ਸਾਡੇ ਬੱਚੇ ਵੀ ਸਾਡੇ ਰਾਹਾਂ ਤੇ ਚੱਲਣ, ਜਾਂ ਤਾਂ ਸਿਆਸੀ ਦਬਾਅ ਬੜਿਆ ਜਾਂ ਹੋਰ ਖੇਤਰਾਂ ਦੇ ਵਿੱਚ ਹੁਣ ਤਰੱਕੀ ਦੇ ਜ਼ਿਆਦਾ ਚਾਂਸ ਆ। ਪਰ ਜਿਹੜਾ ਦੂਜਾ ਪਹਿਲੂ ਆ, ਪੋਲੀਟੀਸ਼ੀਅਨ ਸਾਡੇ, ਉਹਨਾਂ ਦੀ ਚੁੱਪ ਬੜੀ ਗਹਿਰੀ ਹੁੰਦੀ ਆ। ਜਦੋਂ 2002 ਦੇ ਵਿੱਚ ਸਾਡੀ ਇੰਡਸਟਰੀ ਜਿਹੜੀ ਆ ਉਹ ਹਿਜਰਤ ਕਰਨੀ ਸ਼ੁਰੂ ਹੋਈ, ਤੇ ਉਦੋਂ ਮਸਲਾ ਇਹ ਬਣਿਆ ਸੀ ਕਿ ਗਵਾਂਢੀ ਸੂਬੇ, ਜਿਹੜੇ ਪਹਾੜੀ ਸੂਬੇ ਸੀ, ਉਹਨਾਂ ਨੂੰ ਭਾਰੀ ਟੈਕਸ ਰਿਆਇਤਾਂ ਕੇਂਦਰ ਨੇ ਦਿੱਤੀਆਂ ਸੀ, ਇਹ ਜਾਣੇ ਪਛਾਣੇ ਬਿਨਾਂ
ਕਿ ਇਹ ਬਾਰਡਰ ਜਿਹੜਾ ਸਟੇਟ ਹੈ ਔਰ ਇਹਦੀਆਂ ਵੱਖਰੀਆਂ ਮੁਸ਼ਕਲਾਂ ਨੇ, ਇਹਨੂੰ ਬਾਹਰ ਰੱਖ ਲਿਆ ਗਿਆ। ਸਾਡੇ ਪੋਲੀਟੀਸ਼ੀਅਨਸ ਦੀ ਉਦੋਂ ਦੀ ਚੁੱਪੀ ਤੇ ਅੱਜ ਦੀ ਵੀ ਚੁੱਪ, ਇਹ ਉਨੀ ਘਾਤਕ ਆ ਜਿੰਨੀ ਘਾਤਕ ਮੈਂ ਸਮਝਦਾ ਹਾਂ ਕਿ ਇਹ ਕਿਸੇ ਵੀ ਘਿਨਾਉਣਾ ਮੁਜਰਮਾਨਾ ਜਿਹੜਾ ਪੱਖ ਉਹਦੇ। ਮੈਂ ਸਭ ਤੋਂ ਵੱਡਾ ਸਵਾਲ ਇਹ ਸਮਝਦਾ ਕਿ ਹੁਣ ਫਿਰ ਇੱਕ ਵਾਰੀ ਸਾਡੀ ਇੰਡਸਟਰੀ ਜਿਹੜੀ ਆ, ਸਾਡੀ ਇਨਵੈਸਟਮੈਂਟ ਆ, ਉਹ ਹਿਜਰਤ ਕਰ ਰਹੀ ਹੈ ਜਿਹੜੀ ਆਈ ਹੋਈ ਹੈ। ਨਵੀਂ ਨੇ ਤਾਂ ਕੀ ਆਉਣਾ, ਇਹ ਵੱਡਾ ਸਵਾਲ ਆ। ਜਿਹੜਾ ਅਡਾਨੀਆਂ ਨੇ ਕਿਸਾਨਾਂ ਨੂੰ ਤੇ ਸਰਕਾਰ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਸਾਡੇ ਖਿਲਾਫ ਆਓਗੇ ਤੇ ਅਸੀਂ ਚੱਲੇ ਤੇ, ਸਾਡੇ ਆਪਣੇ ਜਿਹੜੇ ਲੋਕ ਆ ਬਦਲਵਾਂ ਪ੍ਰਬੰਧ ਕੀ ਕਰ ਰਹੇ ਆ, ਸਰਕਾਰ ਕੀ ਕਰ ਰਹੀ ਹੈ, ਪੋਲੀਟੀਸ਼ੀਅਨ ਕੀ ਕਰ ਰਿਹਾ ਕਿ ਜੇਕਰ ਬਾਹਰਲਾ ਸਾਡੇ ਕੋਲ ਨਹੀਂ ਆਉਣਾ ਚਾਹੁੰਦਾ ਤੇ ਸਾਡੀਆਂ ਕੀ ਆਪਣੀਆਂ ਲੋੜਾਂ ਨੇ, ਅਸੀਂ ਕਿਸ ਤਰੀਕੇ ਨਾਲ ਇੰਡਸਟਰੀ ਨੂੰ ਪ੍ਰਫੁੱਲਤ ਕਰ ਸਕਦੇ ਹਾਂ, ਆਪਣੇ ਲੋਕਾਂ ਨੂੰ ਕਿਵੇਂ ਹੁਨਰਮੰਦ ਬਣਾ ਸਕਦੇ ਹਾਂ, ਕਿਵੇਂ ਐਨਕਰੇਜ ਕਰ ਸਕਦੇ ਹਾਂ ਕਿ ਤੁਸੀਂ ਆਪਣੀ ਖੇਤੀ ਆਧਾਰਿਤ ਜਾਂ ਬਾਕੀ ਕੋਈ ਸਨਅਤ ਲਾ ਸਕਦੇ ਹੋ। ਇਹ ਸਭ ਤੋਂ ਵੱਡਾ ਸਵਾਲ ਆ ਕਿ ਜੇਕਰ ਮੰਨ ਲਓ ਥਰਮਲ ਪਲਾਂਟਾਂ ਵਾਲੀ ਗੱਲ ਅੱਗੇ ਵੱਧ ਜਾਂਦੀ ਹੈ ਤੇ ਇਹ ਵੀ ਇੱਕ ਮੈਸੇਜ ਪੂਰੇ ਦੇਸ਼ ਦੇ ਵਿੱਚ ਚਲੇ ਜਾਂਦਾ ਕਿ ਇੱਥੇ ਇਨਵੈਸਟਮੈਂਟ ਸੇਫ ਨਹੀਂ ਹੈਗੀ। ਸਵਾਲ ਤਾਂ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਨਿੱਜੀ ਮਫਾਦਾਂ ਲਈ, ਇੰਡਸਟਰੀ ਜਾਂ ਜਿਹੜਾ ਕਾਰਪੋਰੇਟਰ ਆ ਉਹਨੇ ਤਾਂ ਆਪਣੇ ਬੈਨੀਫਿਟ ਲਈ ਆਉਣਾ, ਉਹ ਮੰਡੀ 'ਚ ਉਹਨੇ ਪ੍ਰੋਫਿਟ ਲਈ ਆਉਣਾ। ਜਿਨ੍ਹਾਂ ਸਾਡੇ ਲੋਕਾਂ ਨੇ ਗਲਤੀਆਂ ਕੀਤੀਆਂ, ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਉਹ ਸਜ਼ਾ ਦੇਣ ਦੀ ਬਜਾਏ ਅਸੀਂ ਇੰਡਸਟਰੀ ਨੂੰ ਧੱਕ ਕੇ ਬਾਹਰ ਕਰੀਏ, ਉਹ ਵੀ ਸਿਆਣਪ ਨਹੀਂ ਕੀ, ਸਾਨੂੰ ਕੁਰਾਹ ਕੱਢਣੇ ਪੈਣਗੇ। ਸੋ ਮੇਰਾ ਪੋਲੀਟੀਸ਼ੀਅਨ ਲਈ ਤੁਹਾਡੇ ਕੋਲੋਂ ਸਵਾਲ ਆ ਕਿ ਅਸੀਂ ਨਾ ਸ਼ੁਕਰੇ ਜੇ ਹੋ ਗਏ, ਅਸੀਂ ਖਾਣਾ ਵੀ ਇੱਥੋਂ ਦਾ ਤੇ ਆਨੰਦ ਵੀ ਇੱਥੇ ਮੰਨਣੇ ਤੇ ਸੱਤਾ ਵੀ ਇੱਥੇ ਝੂਟਣੀ, ਲੇਕਿਨ ਸੂਬੇ ਦੇ ਹਿੱਤਾਂ ਵੇਲੇ ਸੌ ਜਾਣਾ। ਬਹੁਤ ਸੋਹਣੀ ਤੁਸੀਂ ਇਹ ਗੱਲ ਕਹੀ ਹੈ ਜੀ। ਦੇਖੋ, ਮੈਂ ਥੋੜਾ ਜਿਹਾ ਉਸ ਵਕਤ ਵਿੱਚ ਜਾਊਂਗਾ ਜਦੋਂ ਇੱਥੇ ਅੱਤਵਾਦ ਦਾ ਦੌਰ ਰਿਹਾ ਤੇ ਉਦੋਂ ਰੇਲ ਕੋਚ ਫੈਕਟਰੀ ਲਾਈ ਗਈ ਕਪੂਰਥਲੇ ਦੇ ਵਿੱਚ। ਮਕਸਦ ਉਹਦਾ ਇਹ ਸੀ ਕਿ ਜਿਹੜੇ ਪੰਜਾਬ ਦੇ ਨੌਜਵਾਨ ਜੇ ਕੁਰਾਹੇ ਪੈ ਗਏ ਆ, ਉਹਨਾਂ ਨੂੰ ਨੌਕਰੀਆਂ ਦੇਈਏ। ਤੇ ਸ਼ੁਰੂ ਦੇ ਵਿੱਚ ਕੋਸ਼ਿਸ਼ ਵੀ ਹੋਈ ਤੇ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਆ ਜਾਂ ਜਿਹੜੇ ਉੱਥੇ ਇੰਪਲੋਇਜ਼ ਆ, ਬਾਹਰਲੇ ਸੂਬਿਆਂ ਤੋਂ ਵੀ ਆ ਕੇ ਲੈ ਗਏ ਤੇ ਇਹਦਾ ਰੌਲਾ ਵੀ ਪਿਆ। ਇਸੇ ਤਰ੍ਹਾਂ ਤੁਸੀਂ ਜੇ ਰੀਸੈਂਟ ਸਮੇਂ ਦੇ ਵਿੱਚ, ਪਿਛਲੇ ਕੁਝ ਸਮੇਂ ਦੇ ਵਿੱਚ ਦੇਖੋ ਤੇ ਲక్ష్ਮੀ ਮਿੱਤਲ ਦੀ ਇੰਡਸਟਰੀ ਰਿਫਾਈਨਰੀ ਆਈ ਬਠਿੰਡੇ ਦੇ ਵਿੱਚ ਤੇ ਉਹਨਾਂ ਨੂੰ, ਉਹ ਪਹਿਲਾਂ ਤਾਂ ਖੈਰ ਮੁੱਕਰ ਹੀ ਗਏ ਸੀ, ਉਹ ਬਾਅਦ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਰਿਆਇਤਾਂ ਦੇ ਕੇ, ਬਹੁਤ ਸਾਰੇ ਕੰਸੈਸ਼ਨਸ ਦੇ ਕੇ, ਹਰ ਇੱਕ ਚੀਜ਼ ਦੇ ਵਿੱਚ, ਟੈਕਸਿਸ ਦੇ ਵਿੱਚ, ਤੇ ਉਹਨਾਂ ਨੂੰ ਲਿਆਂਦਾ ਗਿਆ ਤਾਂ ਕਿ ਜਿਹੜਾ ਉੱਥੋਂ ਦਾ ਨੌਜਵਾਨ ਆ, ਮਾਲਵੇ ਦਾ ਖਾਸ ਤੌਰ ਤੇ, ਉਹਨਾਂ ਨੂੰ ਉੱਥੇ ਨੌਕਰੀਆਂ ਮਿਲਣ, ਟਰਾਂਸਪੋਰਟੇਸ਼ਨ ਜਾਂ ਜਿਹੜੇ ਐਂਸਿਲਰੀ ਯੂਨਿਟਸ ਆ, ਹੋਰ ਬਹੁਤ ਤਰ੍ਹਾਂ ਦੀਆਂ ਇੰਡਸਟਰੀਆਂ ਉਹਦੇ ਨਾਲ ਜੁੜੀਆਂ ਹੁੰਦੀਆਂ, ਉਹ ਚੱਲ ਸਕਣ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਇੱਥੋਂ ਦੀ ਇਕਨੋਮੀ ਹਮੇਸ਼ਾ ਐਗਰੀਕਲਚਰਲ ਬੇਸਡ ਇਕਨੋਮੀ ਰਹੀ ਆ, ਲੇਕਿਨ ਨਾਲ ਦੀ ਨਾਲ ਇਹਨੂੰ ਇੰਡਸਟਰੀਲਾਈਜੇਸ਼ਨ ਦੇ ਵੱਲ ਲੈ ਕੇ ਜਾਣਾ, ਸਾਡਾ ਇੱਥੇ ਇੰਡਸਟਰੀਲਾਈਜੇਸ਼ਨ ਕਰਨਾ, ਉਹ ਬਹੁਤ ਜ਼ਰੂਰੀ ਸੀ ਤਾਂ ਕਿ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ। ਮੈਂ ਤੁਹਾਨੂੰ ਯਾਦ ਕਰਾਉਣਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ, ਰੰਧਾਵਾ ਜੀ, 2 ਪੰਜਾਬ ਸਮਿਟਸ ਹੋਈਆਂ ਸੀਗੀਆਂ, ਮੋਹਾਲੀ ਦੇ ਵਿੱਚ ਕੀਤੀਆਂ ਗਈਆਂ ਸੀ। ਉੱਥੇ ਬਹੁਤ ਸਾਰੇ ਇੰਡਸਟਰੀਲਿਸਟ ਬੁਲਾਏ ਗਏ ਸੀ। ਉਹ ਮੈਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਮੰਨਦਾ ਸੁਖਬੀਰ ਬਾਦਲ ਹੋਣਾ ਦਾ ਕਿ ਉਹਨਾਂ ਨੇ ਪੂਰੇ ਭਾਰਤ ਦੇ ਵਿੱਚੋਂ, ਈਵਨ ਕਿ ਬਾਹਰੋਂ ਵੀ ਕੋਸ਼ਿਸ਼ ਕੀਤੀ ਗਈ ਕਿ ਉੱਥੇ ਇੰਡਸਟਰੀਲਿਸਟ ਆਉਣ, ਗੱਲਬਾਤ ਕਰਨ ਤੇ ਸਾਰੀਆਂ ਰਾਇਤਾਂ ਉਹਨਾਂ ਨੂੰ ਮਿਲਣ ਜੋ ਵੀ ਪੰਜਾਬ ਸਰਕਾਰ ਦੇ ਸਕਦੀ ਆ, ਚਾਹੇ ਉਹ ਜ਼ਮੀਨ ਦੀ ਗੱਲ ਹੋਵੇ। ਕਈ ਜਗ੍ਹਾ ਤੇ ਉਹਨਾਂ ਨੇ ਕਿਹਾ ਹੋਟਲ ਇੰਡਸਟਰੀ ਤੋਂ ਲੈ ਕੇ ਜਾਂ ਜਿਹੜੀ ਈਵਨ ਜਿਹੜੀ ਮੈਡੀਕਲ ਇੰਡਸਟਰੀ ਸੀ, ਜਿਹਨਾਂ ਨੂੰ ਕਹਿੰਦੇ ਸੀ ਹਸਪੀਟਲਸ ਵਗੈਰਾ ਇੱਥੇ ਖੋਲਣੇ ਆ, ਹਰ ਤਰ੍ਹਾਂ ਦੀ ਤਮਾਮ ਇੱਥੇ ਇੰਡਸਟਰੀ ਆਈ। ਮੁਕੇਸ਼ ਅੰਬਾਨੀ ਤੋਂ ਲੈ ਕੇ ਹਰ ਤਰ੍ਹਾਂ ਦਾ ਇੱਥੇ ਇੰਡਸਟਰੀਲਿਸਟ ਆਇਆ। ਲੇਕਿਨ ਉਸ ਤੋਂ ਬਾਅਦ ਜਿਹੜੀ ਗੱਲਬਾਤ ਹੁੰਦੀ ਹੈ, ਔਰ ਖਾਸ ਤੌਰ ਤੇ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਪਾਵਰ ਪਰਚੇਜ਼ ਐਗਰੀਮੈਂਟਸ ਦੀ, ਤੇ ਜੇ ਅਸੀਂ ਉਹਨੂੰ ਇੱਕੋ ਸਿਰੇ ਤੋਂ ਖਾਰਜ ਕਰਕੇ ਤੇ ਉਹਨਾਂ ਨੂੰ ਕੈਂਸਲ ਕਰ ਦਿੰਦੇ ਆ, ਇਹਦੇ ਨਾਲ ਇੱਕ ਬੇਭਰੋਸਗੀ ਪੈਦਾ ਜ਼ਰੂਰ ਹੋਏਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹਾਂ, ਜਦੋਂ ਵੀ ਅਸੀਂ ਸਮਝੌਤੇ ਕਰੀਏ, ਐਗਰੀਮੈਂਟਸ ਕਰੀਏ, ਤੇ ਜਨਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਕਰੀਏ ਤਾਂ ਕਿ ਉਹਨਾਂ ਦਾ ਹਿੱਤ ਤੇ ਆਪਣਾ ਹਿੱਤ, ਚਾਹੇ ਉਹ ਇੰਡਸਟਰੀ ਦਾ ਹਿੱਤ ਹੋਵੇ ਤੇ ਸਾਡਾ ਹਿੱਤ ਹੋਵੇ। ਸਾਡਾ ਮਤਲਬ ਲੋਕਾਂ ਦਾ, ਸਾਡਾ ਮਤਲਬ ਸਰਕਾਰ ਦਾ ਤੇ ਲੋਕਾਂ ਦਾ ਇੱਕੋ ਹਿੱਤ ਹੁੰਦਾ। ਉਹਨੂੰ ਜੇ ਧਿਆਨ 'ਚ ਰੱਖ ਕੇ ਕਰਾਂਗੇ, ਕੱਲ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਤੇ ਕੱਲ ਨੂੰ ਉਸ ਤੇ ਕੋਈ ਕਿੰਤੂ ਪਰੰਤੂ ਖੜੇ ਨਹੀਂ ਕਰੂਗਾ। ਤੁਸੀਂ ਕਰ ਦਿਓ, ਉਹ ਤੇ ਵਾਈਟ ਪੇਪਰ ਜਾਰੀ ਕਰ ਦਿਓ, ਕਹਿ ਦਿਓ ਕਿ ਦੇਖੋ ਆਹ ਅਸੀਂ ਕੀਤੇ, ਇਹਦੇ ਵਿੱਚ ਕੋਈ ਕਮੀ ਪੇਸ਼ੀ ਕੱਢ ਕੇ ਦਿਖਾਓ। ਜਦੋਂ ਤੁਸੀਂ ਇਹ ਲੁਕੋ ਕੇ ਸਾਰਾ ਕੁਝ ਬੰਦ ਕਮਰਿਆਂ 'ਚ ਕਰਦੇ ਹੋ ਤੇ ਫਿਰ ਉਸ ਤੇ ਗੱਲਬਾਤ ਕਰਨ ਤੋਂ ਗੁਰੇਜ਼ ਕਰਦੇ ਹੋ ਤੇ ਫਿਰ ਲੋਕਾਂ ਨੂੰ ਸ਼ੱਕ ਸ਼ੁਬੇ ਪੈਦਾ ਹੁੰਦੇ ਆ। ਹੋ ਸਕਦਾ ਉਹਦੇ ਵਿੱਚ ਕੁਝ ਨਾ ਹੋਵੇ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਹਾ ਕਿ 17 ਇਸ ਤਰ੍ਹਾਂ ਦੀਆਂ ਕਲੌਜ਼ਸ ਨੇ ਉਹਨਾਂ ਐਗਰੀਮੈਂਟਸ ਦੇ ਵਿੱਚ ਜਿਨ੍ਹਾਂ ਨੂੰ ਚੇਂਜ ਕੀਤਾ ਜਾ ਸਕਦਾ, ਜਿਸ ਕਰਕੇ ਇਹ ਜਿਹੜੇ ਰੇਟਸ ਨੇ ਬਿਜਲੀ ਦੇ ਬਹੁਤ ਹਾਈ ਨੇ। ਜੋ ਪੈਸਾ ਦੇਣਾ ਪੈਂਦਾ ਉਸ ਦੇ ਇਵਜ਼ ਦੇ ਵਿੱਚ, ਚਾਹੇ ਉਹ ਇਲੈਕਟ੍ਰਿਸਿਟੀ ਨਹੀਂ ਵੀ ਪ੍ਰੋਡਿਊਸ ਕਰਦੇ, ਉਹ ਵੀ ਬਹੁਤ ਜ਼ਿਆਦਾ। ਤੇ ਜੇ ਇਹ 17 ਕਲੌਜ਼ਸ ਉਸ ਵੇਲੇ ਚੰਗੀ ਤਰ੍ਹਾਂ ਇਹਦੇ ਤੇ ਧਿਆਨ ਮਾਰ ਲਿਆ ਜਾਂਦਾ ਤੇ ਸ਼ਾਇਦ ਉਹ ਨਾ ਕਰਨੇ ਪੈਂਦੇ। ਇਹ ਸਮਾਂ ਦੱਸੂਗਾ। ਲੇਕਿਨ ਹਾਂ, ਭਰੋਸਾ ਪੈਦਾ ਕਰਨਾ ਇੰਡਸਟਰੀ ਦੇ ਵਿੱਚ,
ਸਾਡਾ ਤਾਂ ਤੁਸੀਂ ਦੇਖੋ ਲੈਂਡ ਲੌਕਡ ਸਟੇਟ ਆ ਇਹ ਪੰਜਾਬ ਦੇ ਵਿੱਚ। ਹਰਿਆਣਾ ਤੁਸੀਂ ਦੇਖੋ ਪੋਰਟ ਪੈਂਦਾ ਉਹਨੂੰ, ਸਾਡਾ ਤਾਂ ਡਰਾਈ ਪੋਰਟ ਆ। ਸਾਡੇ ਜੀ ਆਸੇ-ਪਾਸੇ ਅੱਛਾ ਕਈ ਵਾਰ ਅਸੀਂ ਸੈਂਟਰਲ ਏਸ਼ੀਆ ਨੂੰ ਕਹਿੰਦੇ ਆ ਕਿ ਸਾਡੇ ਟ੍ਰੇਡ ਖੁੱਲ ਜਾਣ, ਤੁਹਾਨੂੰ ਪਤਾ ਉਹ ਸਾਡੇ ਹੱਥ ਦੇ ਵਿੱਚ ਮੁੱਦਾ ਨਹੀਂ ਆ, ਉਹ ਸੈਂਟਰ ਬਿਲਕੁਲ ਸਰਕਾਰ ਦਾ ਮੁੱਦਾ। ਜਦੋਂ ਚੰਗੇ ਸੁਖਾਵੇਂ ਰਿਲੇਸ਼ਨ ਹੋਣਗੇ ਗੁਆਂਢੀ ਮੁਲਕਾਂ ਦੇ ਨਾਲ, ਸ਼ਾਇਦ ਉਦੋਂ ਖੁੱਲ ਜੇ। ਲੇਕਿਨ ਉਦੋਂ ਤੱਕ ਅਸੀਂ ਜਿਹੜਾ ਆਪਣਾ ਵਪਾਰ ਕਰਨਾ, ਟ੍ਰੇਡ ਕਰਨਾ, ਈਵਨ ਕਿਸਾਨੀ ਦੇ ਵਿੱਚ ਡਾਇਵਰਸਿਫਿਕੇਸ਼ਨ ਕਰਨੀ, ਕੰਟਰੈਕਟ ਫਾਰਮਿੰਗ ਕਰਨੀ, ਉਹਦੀ ਮਾਰਕੀਟਿੰਗ ਕਰਨੀ, ਉਹ ਤਾਂ ਸਾਡੇ ਹੱਥ 'ਚ ਆ ਨਾ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਪ੍ਰਮੋਟ ਕਰਾਂਗੇ ਤੇ ਫਿਰ ਸਾਡੀ ਇਕਨੋਮੀ ਉੱਥੇ ਹੀ ਖੜੀ ਰਹੂਗੀ। ਜੀ ਰੰਧਾਵਾ ਜੀ। ਇਹ ਵਾਘੇ ਦਾ ਬਾਰਡਰ ਪੰਜਾਬ ਦੀ ਔਰ ਖਾਸ ਤੌਰ ਤੇ ਜਿਹੜਾ ਦੂਜਾ ਪੰਜਾਬ ਹੈ, ਉਹਨਾਂ ਦੋਨਾਂ ਦੀ ਤਕਦੀਰ ਦੇ ਵਿੱਚ ਇੱਕ ਵੱਡੀ ਕੰਧ ਆ। ਜੇ ਇਹ ਵਪਾਰ ਖੁੱਲ ਜਾਣ ਤੇ ਪੰਜਾਬੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਸੋਨੇ ਦਾ ਜਿਹੜਾ ਏਰੀਆ ਬਣ ਜੂ, ਸੋਨੇ ਦੀ ਚਿੜੀ ਵਾਲੀ ਗੱਲ। ਦੋਨੇ ਪਾਸੇ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਨੇ, ਲੇਕਿਨ ਇਹ ਵਪਾਰ ਵਾਘਿਓਂ ਖੁੱਲਣਾ ਅਜੇ ਦੂਰ ਦੀ ਕੌਡੀ ਆ। ਲੇਕਿਨ ਮੈਨੂੰ ਅਜੇ ਵੀ ਹਰਖ ਇਹੀ ਹੈ ਕਿ ਜਦੋਂ ਗਵਾਂਢੀ ਸੂਬਿਆਂ ਨੂੰ ਰਿਆਇਤਾਂ ਮਿਲੀਆਂ, ਸਾਡੇ ਪੋਲੀਟੀਸ਼ੀਅਨ ਸਰਾਣੇ ਬਾਂਹ ਦੇ ਕੇ ਸੁੱਤੇ ਰਹੇ। ਉਦੋਂ ਦੇ ਪ੍ਰਧਾਨ ਮੰਤਰੀ ਔਰ ਜਿਹੜੇ ਬਾਕੀ ਕੇਂਦਰੀ ਹਾਕਮ ਸੀ, ਉਹਨਾਂ ਦੇ ਦਰਾਂ ਅੱਗੇ ਕਿਉਂ ਨਹੀਂ ਬੈਠੇ? ਸੰਘਰਸ਼ ਪੰਜਾਬ ਤੋਂ ਵਿੱਢਿਆ ਜਾਂਦਾ ਰਿਹਾ, ਉਹ ਭਾਵੇਂ ਐਮਰਜੈਂਸੀ ਹੋਵੇ ਜਾਂ ਬਾਅਦ ਦੇ, ਅਸੀਂ ਝੇਲੇ ਵੀ ਬੜਾ ਕੁਝ, ਬਹੁਤ ਸੰਤਾਪ ਝੇਲੇ ਨੇ। ਲੇਕਿਨ ਇਹਨਾਂ ਮੁਸ਼ਕਲਾਂ ਦੇ ਵਿੱਚ ਜਦੋਂ ਤੁਹਾਡਾ ਗਵਾਂਢੀ ਸੂਬੇ 'ਚ ਬਣੀ ਚੀਜ਼ ਤੁਹਾਡੇ ਨਾਲੋਂ ਬਹੁਤ ਸਸਤੀ ਹੋਊਗੀ ਕਿਉਂਕਿ ਉਹਨਾਂ ਨੂੰ ਟੈਕਸ ਨਹੀਂ ਦੇਣੇ ਪੈ ਰਹੇ, ਤਾਂ ਜਿਹੜਾ ਖਰੀਦਦਾਰ ਆਊਗਾ ਬਾਹਰਲੀਆਂ ਸਟੇਟਾਂ 'ਚੋਂ ਜਾਂ ਬਾਹਰਲੇ ਮੁਲਕਾਂ 'ਚੋਂ, ਉੱਥੋਂ ਖਰੀਦੂ ਜਿੱਥੋਂ ਸਸਤਾ ਪੈਂਦਾ। ਤੇ ਸਾਡੇ 100 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਤਿੰਨ ਰੇਟ ਹੋ ਜਾਂਦੇ ਆ। ਸੋ ਮੈਂ ਸਭ ਤੋਂ ਵੱਡੀ ਗੱਲ ਇਹ ਬੁਜ਼ਦਿਲਾਨਾ ਕਾਰਵਾਈ ਹੈ ਕਿ ਅਸੀਂ ਸਮੇਂ ਦੇ ਅਨੁਸਾਰ ਵੇਖ ਕੇ ਚੁੱਪੀ ਵੱਟ ਲਈਏ। ਹੁਣ ਵੀ ਚੁੱਪ ਨੇ ਪੋਲੀਟੀਸ਼ੀਅਨ। ਲੇਕਿਨ ਇੱਕ ਅਗਲਾ ਸਵਾਲ ਇਹ ਆ, ਇੱਕ ਰਾਤ ਦੀ ਖਬਰ ਸੀਗੀ ਅਖੇ ਜਿਹੜੇ ਅਡਹੌਕ ਤੇ ਨੇ, ਜਿਹੜੇ ਡੇਲੀ ਵੇਜਸ ਵਾਲੇ ਨੇ, ਜਿਹੜੇ ਟੈਂਕੀਆਂ ਤੇ ਚੜੇ ਨੇ, ਰਾਵਾਂ 'ਚ ਖਲੋਤੇ ਨੇ, ਪਾਣੀ ਦੀਆਂ ਬੁਛਾਰਾਂ ਝੱਲਦੇ ਨੇ, ਉਹਨਾਂ ਨੂੰ ਪੱਕੇ ਕੀਤਾ ਜਾਣਾ ਹੈ। ਇਹ ਪੱਕੇ ਕਰਤਾ ਜਾਊਗਾ ਮਨਪ੍ਰੀਤ ਜੀ? ਦੇਖੋ ਜੀ, ਉਮੀਦ ਬੜੀ ਜਾਗੀ ਆ। ਪੰਜਾਬ ਸਰਕਾਰ ਇੱਕ ਬਿੱਲ ਲੈ ਕੇ ਆਉਣ ਲੱਗੀ ਆ। ਸਤੰਬਰ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ, ਉਹਦੇ ਵਿੱਚ ਇਹ ਬਿੱਲ ਪੇਸ਼ ਕੀਤਾ ਜਾਊਗਾ। ਪੰਜਾਬ ਜਿਹੜਾ ਪ੍ਰੋਟੈਕਸ਼ਨ ਆ ਕੰਟਰੈਕਚੁਅਲ ਤੇ ਰੈਗੂਲਰਾਈਜ਼ ਕਰਨ ਦਾ EMPLOYEES ਨੂੰ, ਕੰਟਰੈਕਚੁਅਲ EMPLOYEES ਨੂੰ, ਉਹ ਬਿੱਲ ਇਸ ਦੇ ਵਿੱਚ ਲੈ ਕੇ ਆਉਣਾ। ਇਹਦੇ ਨਾਲ ਜੋ ਉਮੀਦ ਕੀਤੀ ਜਾਂਦੀ ਹੈ ਲਗਭਗ 66,000 ਦੇ 66,000 ਦੇ ਕਰੀਬ ਜਿਹੜੇ ਕੰਟਰੈਕਚੁਅਲ EMPLOYEES ਨੇ, ਉਹਦੇ ਵਿੱਚ ਕੰਟਰੈਕਚੁਅਲ ਐਡਹੌਕ ਤੇ ਨੇ, ਤੇ ਕੁਝ ਜਿਹੜੇ ਕਾਰਪੋਰੇਸ਼ਨਸ ਦੇ ਵਿੱਚ ਲੱਗੇ ਆ ਜਾਂ ਇਹਨਾਂ ਸਾਰੇ ਤਮਾਮ ਬੋਰਡਸ ਦੇ ਵਿੱਚ ਲੱਗੇ ਆ EMPLOYEES, ਉਹਨਾਂ ਨੂੰ ਰੈਗੂਲਰਾਈਜ਼ ਕਰਨ ਦੀ ਇੱਕ ਉਮੀਦ ਵੱਧ ਜੂਗੀ ਜਦੋਂ ਉਹ ਬਿੱਲ ਪਾਸ ਹੋ ਜਾਊਗਾ। ਇੱਕ ਕਮੇਟੀ ਬਣਾਈ ਹੋਈ ਸੀ, ਮੈਂ ਉਹ ਥੋੜਾ ਜਿਹਾ ਦੱਸਦਾ। ਬ੍ਰਹਮ ਮਹਿੰਦਰਾ ਜਿਹੜੇ ਲੋਕਲ ਗਵਰਨਮੈਂਟ ਦੇ ਮਿਨਿਸਟਰ ਨੇ ਉਹ ਸੀ, ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਨੇ, ਇਸੇ ਤਰ੍ਹਾਂ ਮਨਪ੍ਰੀਤ ਬਾਦਲ ਜਿਹੜੇ ਨੇ ਫਾਈਨੈਂਸ ਮਿਨਿਸਟਰ ਨੇ, ਤੇ ਤ੍ਰਿਪਤ ਰਜਿੰਦਰ ਬਾਜਵਾ। ਇਹ ਸਾਰੇ ਚਾਰੇ ਮੰਤਰੀਆਂ ਤੇ ਇਹਨਾਂ ਨੇ ਆਪਣੀਆਂ ਸਿਫਾਰਸ਼ਾਂ ਦੇਤੀਆਂ। ਇਹਨਾਂ ਨੇ ਕਿਹਾ ਕਿ ਜਲਦੀ ਕੈਬਨਿਟ ਦੀ ਇੱਕ ਮੀਟਿੰਗ ਬੁਲਾ ਕੇ ਉਹਦੇ ਵਿੱਚ ਤੁਸੀਂ ਇਹਨੂੰ ਜਿਹੜੀ ਹਾਮੀ ਭਰੋ, ਇਹਦੇ ਤੇ ਫੈਸਲਾ ਲਓ, ਹਾਂ ਕਰੋ, ਤਾਂ ਕਿ ਜਲਦੀ ਤੋਂ ਜਲਦੀ ਵਿਧਾਨ ਸਭਾ ਦੇ ਵਿੱਚ ਸਤੰਬਰ ਦੇ ਵਿੱਚ ਲਿਆ ਕੇ ਜਿਹੜਾ ਹੈ ਇਹ ਬਿੱਲ ਪਾਸ ਕੀਤਾ ਜਾ ਸਕੇ, ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ। ਇਹਦੇ ਵਿੱਚ ਕੰਡੀਸ਼ਨਸ ਥੋੜੀ ਜਿਹੀ ਰੰਧਾਵਾ ਜੀ ਮੈਂ ਦੱਸਦਾ ਕਿ ਘੱਟੋ ਘੱਟ ਉਹਨਾਂ ਦੀ 10 ਸਾਲ ਦੀ ਨੌਕਰੀ ਹੋਵੇ, ਤੇ ਜਿਹੜੇ ਕਿਸੇ ਕੰਪਨੀ ਲਈ ਕੰਮ ਕਰਦੇ ਆ, ਕਿ ਕੋਈ ਮੰਨ ਲਓ ਸਰਕਾਰ ਲਈ ਕੋਈ ਕੰਮ ਕਰ ਲਈ ਹੈ, ਕੋਈ ਆਊਟਸੋਰਸ ਕੀਤੀ ਹੋਈ ਆ ਆਪਣਾ ਕੰਮ, ਉਹ ਉਹਨਾਂ ਤੇ ਸ਼ਾਇਦ ਇਹ ਐਪਲੀਕੇਬਲ ਨਾ ਹੋਵੇ। ਇਹਦਾ ਮੈਂ ਥੋੜਾ ਜਿਹਾ ਤੁਹਾਨੂੰ ਇਹ ਵੀ ਦੱਸਦਾ ਕਿ ਸਰਕਾਰ ਤੇ ਲਗਭਗ 1,846 ਕਰੋੜ ਤੇ 87 ਲੱਖ ਦਾ ਲਗਭਗ ਬੋਝ ਪੈਣ ਦੀ ਉਮੀਦ ਆ। ਲੇਕਿਨ ਮੈਨੂੰ ਲੱਗਦਾ ਇਹ ਉਹਨਾਂ ਬੋਝ ਨਹੀਂ ਹੈ। ਜੇ ਤੁਸੀਂ ਇੰਨੇ ਲੋਕਾਂ ਨੂੰ, ਇੰਨੇ ਵਿਅਕਤੀਆਂ ਨੂੰ ਨੌਕਰੀਆਂ ਦੇ ਦੋਗੇ ਤੇ ਉਹਦੇ ਨਾਲ ਬਹੁਤ ਫਾਇਦਾ ਹੋਵੇ। ਤੁਸੀਂ ਟੈਂਕੀ ਦੀ ਗੱਲ ਕੀਤੀ ਹੈ, ਸੁਰਿੰਦਰਪਾਲ 135 ਦਿਨਾਂ ਤੋਂ ਟੈਂਕੀ ਤੇ ਚੜੇ ਹੋਏ ਸੀ, ਤੇ ਜਦੋਂ ਤੋਂ ETT ਟੀਚਰਸ ਦਾ ਕਿਹਾ ਉਹਨਾਂ ਨੇ ਕਿ ਅਸੀਂ ਇਹਨਾਂ ਨੂੰ ਹੁਣ ਨੌਕਰੀਆਂ ਦੇਵਾਂਗੇ, ਤੇ ਉਹ ਥੱਲੇ ਉਤਰਿਆ ਹੈ। ਕਿਉਂਕਿ ਇਹਦੇ ਨਾਲ ਜਿਹੜੀਆਂ ਅਸਾਮੀਆਂ 6,635 ਅਸਾਮੀਆਂ ਕੱਢਤੀਆਂ, ਤੇ ਇੱਕ ਬੜੀ ਵੱਡੀ ਕਲੌਜ਼ ਇਹਦੇ ਵਿੱਚ ਇਹ ਸੀਗੀ ਕਿ ਜਿਹੜੇ BEd ਹੈ, ਬੈਚਲਰਸ ਆਫ ਐਜੂਕੇਸ਼ਨ, ਜਿਨ੍ਹਾਂ ਦੀ ਕੋਲ ਡਿਗਰੀ ਆ, ਉਹਨਾਂ ਨੂੰ ਇਹਦੇ ਵਿੱਚ ਨਾ ਸ਼ਾਮਿਲ ਕੀਤਾ ਜਾਵੇ। ਇਹਨੂੰ ਵੀ ਸਰਕਾਰ ਨੇ ਮੰਨ ਲਿਆ ਪ੍ਰਿੰਸੀਪਲ ਤੌਰ ਤੇ ਦੇਖਦੇ ਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇਹ ਲੋਕੀ ਹੁਣ ਅਪੀਅਰ ਹੋਣਗੇ, ਉਹਦੇ ਵਿੱਚ ਇਹ ਅਸਾਮੀਆਂ ਭਰੀਆਂ ਜਾਣਗੀਆਂ ਕਿ ਨਹੀਂ, ਕਿਉਂਕਿ ਤੁਹਾਡਾ ਮੂਲ ਸਵਾਲ ਤਾਂ ਇਹੀ ਹੈ। ਉਮੀਦ ਆ, ਕਿਉਂਕਿ ਵਾਅਦਾ ਵੀ ਸੀ। ਵੈਸੇ ਮੈਂ ਤੁਹਾਨੂੰ ਕੰਟਰੈਕਚੁਅਲ EMPLOYEES ਦੀ ਥੋੜੀ ਜਿਹੀ ਇੱਕ ਵੀ ਦੱਸਦਾ ਕਿ ਸੰਨ 2016 ਦੇ ਵਿੱਚ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਵੀ ਉਹ ਬਿੱਲ ਲੈ ਕੇ ਆਂਦਾ ਸੀ, ਲੇਕਿਨ ਉਹ ਕਦੇ ਲਾਗੂ ਨਹੀਂ ਹੋ ਸਕਿਆ, ਤੇ ਮੁੜ ਕੇ 2017 ਦੇ ਵਿੱਚ ਕਾਂਗਰਸ ਨੇ ਵਾਅਦਾ ਕਰ ਲਿਆ, ਤੇ ਹੁਣ ਦੇਖਦੇ ਆ, ਜਾਣ ਵਾਲੀ ਸਰਕਾਰ ਆ, ਥੋੜਾ ਚਿਰ ਰਹਿ ਗਿਆ, ਜਾਂਦੇ ਜਾਂਦੇ ਸ਼ਾਇਦ ਕੋਈ ਸੁਗਾਤ ਦੇ ਜੇ ਇਹਨਾਂ ਲੋਕਾਂ ਨੂੰ, ਆਪਾਂ ਉਮੀਦ ਹੀ ਕਰ ਸਕਦੇ ਹਾਂ ਜੀ। ਬਿਲਕੁਲ ਠੀਕ ਹੈ। ਸਕੂਲ ਖੁੱਲ ਗਏ, ਇੱਕ ਚੰਗੀ ਖਬਰ ਆ। ਪੇਰੈਂਟਸ ਬੜੀ ਦੇਰ ਤੇ ਮੰਗ ਕਰਦੇ ਸੀ ਕਿ ਬੱਚੇ ਘਰ ਬੈਠੇ ਬੈਠੇ, ਹੁਣ ਉਹ ਗੱਲ ਨਹੀਂ ਬਣਦੀ, ਪੜ੍ਹਾਈ ਹੋ ਨਹੀਂ ਸਕਦੀ।
ਲੇਕਿਨ ਜਿਸ ਤਰੀਕੇ ਨਾਲ ਅਚਨਚੇਤ 1-2 ਦਿਨ ਦੇ ਨੋਟਿਸ ਤੇ ਹੀ ਕਹਿਤਾ ਗਿਆ ਕਿ ਫਲਾਂ ਡੇਟ ਤੋਂ ਸਕੂਲ ਖੁੱਲ ਜਾਣਗੇ, ਚੰਗਾ ਹੁੰਦਾ ਜੇਕਰ ਉਹਦੇ ਲਈ ਕੋਈ ਹਫ਼ਤੇ ਦਾ ਸਮਾਂ ਦੇ ਕੇ ਜਿਹੜੇ ਬੁਨਿਆਦੀ ਪ੍ਰਬੰਧ ਕਰਨ ਵਾਲੇ ਸਕੂਲਾਂ ਦੇ ਵਿੱਚ, ਉਹ ਭਾਵੇਂ ਸਰਕਾਰੀ ਹੋਣ ਜਾਂ ਪ੍ਰਾਈਵੇਟ ਹੋਣ, ਉਹ ਜ਼ਿਆਦਾ ਅਹਿਮ ਰਹਿੰਦਾ। ਉਹਦੇ 'ਚ ਜੇਕਰ ਤੁਸੀਂ ਇੰਨੀ ਕਾਹਲੀ ਨਾ ਵੀ ਕਰਦੇ ਤਾਂ ਵੀ ਸਰਦਾ ਸੀ। ਇੱਥੇ ਵੀ ਟਿੱਪਣੀ ਜਾਂਦੇ ਜਾਂਦੇ ਦੇ ਜਿਓ। ਮੈਨੂੰ ਲੱਗਦਾ ਹੈ ਕਿ ਬੱਚਿਆਂ ਦੀ ਸਿਹਤ ਦਾ ਸਵਾਲ ਹੈ, ਕੱਲ ਨੂੰ ਕੋਈ ਨਵਾਂ ਸਿਆਪਾ ਖੜਾ ਹੋਵੇ ਉਸ ਤੋਂ ਪਹਿਲਾਂ ਇੱਕ ਸਮੇਂ ਸੀਮਾ ਨਿਰਧਾਰਿਤ ਕਰਕੇ ਸਕੂਲਾਂ ਨੂੰ ਉਹਦੇ ਲਈ ਤਿਆਰ ਕਰ ਲੈਣਾ ਚਾਹੀਦਾ ਸੀ। ਬਿਲਕੁਲ ਠੀਕ ਗੱਲ ਆ ਤੁਹਾਡੀ। ਵੈਸੇ ਰੰਧਾਵਾ ਜੀ ਮੈਂ ਦੱਸਦਾ ਕਿ ਜਦੋਂ ਪਿਛਲੀ ਵਾਰੀ ਸਕੂਲ ਖੋਲੇ ਗਏ ਨੇ ਵੱਡੇ ਬੱਚਿਆਂ ਲਈ 10ਵੀਂ 12ਵੀਂ ਕਲਾਸ ਦੇ ਜਿਹੜੇ ਹਾਇਰ ਐਜੂਕੇਸ਼ਨ ਵਾਲੇ ਸਟੂਡੈਂਟ ਆ, ਉਦੋਂ ਵੈਸੇ ਸਰਕਾਰ ਨੇ ਕਿਹਾ ਸੀ ਕਿ ਅਸੀਂ 2 ਅਗਸਤ ਤੱਕ ਇਸ ਸਥਿਤੀ ਨੂੰ ਜਿਹੜੀ ਹੈ ਇਸ ਤੇ ਧਿਆਨ ਰੱਖਾਂਗੇ ਤੇ ਅਸੀਂ 2 ਅਗਸਤ ਤੱਕ ਫੈਸਲਾ ਲੈ ਸਕਦੇ ਹਾਂ। ਸੋ ਜਦੋਂ 27 ਜੁਲਾਈ ਨੂੰ 13 ਮਹੀਨਿਆਂ ਬਾਅਦ ਕੋਈ ਵੀ ਮੌਤ ਦਰਜ ਇਸ ਸੂਬੇ 'ਚ COVID-19 ਵਾਇਰਸ ਕਰਕੇ ਨਹੀਂ ਹੁੰਦੀ ਤੇ ਜੀ, ਜੀ, ਜੀ। ਲਗਾਤਾਰ 5 ਦਿਨ ਇਹ ਚੀਜ਼ ਰਹਿੰਦੀ ਹੈ ਤੇ ਫਿਰ ਸਰਕਾਰ ਨੂੰ ਥੋੜਾ ਹੌਸਲਾ ਮਿਲਦਾ। ਹੁਣ ਵੀ ਤੁਸੀਂ ਦੇਖੋ ਜਿਹੜੇ ਕੇਸ ਆ ਉਹ ਜੀ, ਬਹੁਤ ਥੋੜੇ ਆਏ। ਹਾਂ, ਇੱਕ ਮੌਤ ਜ਼ਰੂਰ ਦਰਜ ਹੋਈ ਆ ਪਿਛਲੇ 24 ਘੰਟਿਆਂ ਦੇ ਦੌਰਾਨ। ਜੀ, ਭਾਰਤ ਦੇ ਵਿੱਚ ਜੇ ਦੇਖਿਆ ਜਾਵੇ ਤਾਂ 41,000 ਤੋਂ ਉੱਪਰ ਕੇਸ ਚਲੇ ਗਏ ਆ। ਕਹਿਣ ਦਾ ਮਤਲਬ ਆ ਕਿ ਜਦੋਂ ਸੂਬਾ ਥੋੜਾ ਜਿਹਾ ਉਹਨੂੰ ਕੌਨਫੀਡੈਂਸ ਹੋਵੇ, ਹਾਲਾਂਕਿ ਜਿਹੜੇ ਮਾਪੇ ਆ ਜਾਂ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਹਮੇਸ਼ਾ ਹੀ ਡਰ ਰਹਿੰਦਾ। ਉਹ ਚਾਹੁੰਦੇ ਆ ਕਿ ਬਿਲਕੁਲ ਜਿੰਨੀ ਦੇਰ ਤੱਕ ਉਹਨਾਂ ਦੇ ਬੱਚੇ ਸੁਰੱਖਿਅਤ ਨਹੀਂ ਹੁੰਦੇ ਉਨੀ ਦੇਰ ਤੱਕ ਸਕੂਲ ਨਾ ਜਾਣ। ਲੇਕਿਨ ਦੂਸਰੀ ਗੱਲ ਤੁਹਾਡੀ ਬੜੀ ਅਹਿਮ ਆ, ਆਨਲਾਈਨ ਪੜ੍ਹਾਈ ਠੀਕ ਹੈ, ਇੱਕ ਬਦਲ ਤਾਂ ਹੋ ਸਕਦਾ, ਇੱਕ ਸਟਾਪ ਗੈਪ ਅਰੇਂਜਮੈਂਟ ਹੋ ਸਕਦਾ, ਲੇਕਿਨ ਉਹ ਬਦਲ ਨਹੀਂ ਹੋ ਸਕਦਾ। ਜਿਹੜੀ ਪੜ੍ਹਾਈ ਸਕੂਲਾਂ 'ਚ ਹੋਣੀ ਆ, ਕਲਾਸਰੂਮਸ ਦੇ ਵਿੱਚ ਹੋਣੀ ਆ, ਟੀਚਰਸ ਨੂੰ ਸਾਹਮਣੇ ਦੇਖ ਕੇ ਕੁਐਸਚਨ ਪੁੱਛ ਕੇ ਬਲੈਕ ਬੋਰਡਸ ਦੇ ਉੱਤੇ ਕਿਤਾਬਾਂ ਦੇ ਨਾਲ ਹੋਣੀ ਆ, ਉਹ ਆਨਲਾਈਨ ਪੜ੍ਹਾਈਆਂ ਨਹੀਂ ਹੋ ਸਕਦੀਆਂ। ਸੋ ਸਰਕਾਰ ਆਪਣਾ ਹਰ ਤਰ੍ਹਾਂ ਦਾ ਵਿਜੇ ਇੰਦਰ ਸਿੰਗਲਾ ਹੋਣਾ ਨੇ ਕਿਹਾ ਵੀ ਆ ਕਿ ਅਸੀਂ ਹਰ 100 ਬੱਚਿਆਂ ਦਾ ਰੈਂਡਮ ਟੈਸਟਿੰਗ ਵੀ ਕਰਾਂਗੇ, 100 ਚੋਂ ਇੱਕ ਬੱਚੇ ਦੀ, ਤੇ ਹਰ ਸਕੂਲ ਤੇ ਅਸੀਂ ਨਜ਼ਰ ਰੱਖਾਂਗੇ। ਕਿੰਨੀ ਕੁ ਨਜ਼ਰ ਰੱਖ ਪਾਉਂਦੇ ਤੇ ਆਪਣੇ ਜਿਹੜੇ ਬੱਚੇ ਆ ਉਹ ਕਿੰਨੇ ਮਹਿਫੂਜ਼ ਰਹਿੰਦੇ ਨੇ, ਕਿੰਨੇ ਸੁਰੱਖਿਅਤ ਰਹਿੰਦੇ ਨੇ, ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ। ਲੇਕਿਨ ਸਰਕਾਰ ਦੇ ਲਈ ਇੱਕ ਬੜੀ ਵੱਡੀ ਜ਼ਿੰਮੇਵਾਰੀ ਆ ਤੇ ਉਹਨਾਂ ਲਈ ਇੱਕ ਬੜਾ ਵੱਡਾ ਚੈਲੰਜ ਆ, ਮਾਪਿਆਂ ਲਈ ਵੀ ਤੇ ਬੱਚਿਆਂ ਲਈ ਵੀ। ਜੀ ਮਨਪ੍ਰੀਤ ਜੀ, ਮੈਡਲ ਟੈਲੀ 'ਚ ਓਲੰਪਿਕਸ ਦੇ ਨਜ਼ਰੀਓਂ ਇੱਕ ਹੋਰ ਮੈਡਲ ਟੰਗਿਆ ਗਿਆ ਭਾਰਤ ਦੇ ਖਾਤੇ 'ਚ। ਤੇ ਹੁਣ ਦੇਖਣ ਵਾਲੀ ਗੱਲ ਆ ਕਿ ਆਪਣੇ ਜਿਹੜੇ ਮੁੰਡੇ ਨੇ ਪੰਜਾਬ ਵਾਲੇ, ਇਹਨਾਂ ਨੇ ਵੀ ਤਿੰਨਾਂ ਨੇ ਗੋਲ ਫੱਟੇ ਖੜਕਾ ਕੇ ਤੇ ਇੱਕ ਆਸ ਦੀ ਕਿਰਨ ਬੰਨ੍ਹਤੀ ਕਿ ਇਹ ਏਦਾਂ ਖਾਲੀ ਨਹੀਂ ਮੁੜਦੇ ਐਤਕੀਂ। ਕੀ ਕਹਿੰਦੇ ਹੋ? ਬਹੁਤ ਮੈਂ ਇਸ ਗੱਲ ਤੇ ਦੱਸਣਾ ਚਾਹੁੰਦਾ ਸੀ। ਵੈਸੇ ਤਾਂ ਇਸ ਟਾਈਮ ਜੇ ਮੈਡਲ ਟੈਲੀ 'ਚ ਦੇਖ ਗਏ ਤਾਂ ਅਸੀਂ 59ਵੇਂ ਨੰਬਰ ਤੇ ਖੜੇ। ਵੈਸੇ ਪਹਿਲਾਂ 61ਵੇਂ ਤੇ ਸੀ, 2 ਪੋਜੀਸ਼ਨ ਅਸੀਂ ਆਪਣੀ ਇੰਪਰੂਵ ਕਰ ਲਈ। ਪੀਵੀ ਸਿੰਧੂ ਦੀ ਮੈਂ ਕਹੂੰਗਾ ਬੜੀ ਵਧੀਆ ਅਚੀਵਮੈਂਟ ਆ। ਪਹਿਲੀ ਔਰਤ ਆ ਜਿਹਨੇ 2 ਮੈਡਲ ਲਗਾਤਾਰ ਜਿੱਤੇ ਨੇ। ਸੰਨ 2016 'ਚ ਇਹਨਾਂ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ ਤੇ ਹੁਣ ਇਹਨਾਂ ਨੇ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ ਆਪਣੇ ਪਰਸਨਲ ਤੌਰ ਤੇ ਦੇਖਿਆ ਜਾਵੇ ਤਾਂ ਸ਼ਾਇਦ ਉਹਨਾਂ ਨੂੰ ਲੱਗੂਗਾ ਕਿ ਜੇ ਮੈਨੂੰ ਘੱਟੋ ਘੱਟ ਸਿਲਵਰ ਤਾਂ ਆਉਂਦਾ ਹੀ, ਜੀ, ਉਹਨਾਂ ਨੂੰ ਲੱਗ ਸਕਦਾ ਕਿ ਸ਼ਾਇਦ ਨਿਗਾਰ ਹੋਇਆ। ਲੇਕਿਨ ਹਾਂ, ਪਹਿਲੇ ਨੇ। ਔਰ ਦੂਸਰੇ ਨੇ ਪੂਰੇ ਓਲੰਪਿਕਸ ਦੀ ਹਿਸਟਰੀ ਵਿੱਚ ਜਿਨ੍ਹਾਂ ਨੇ 2 ਮੈਡਲ ਜਿੱਤੇ ਨੇ, ਸੁਸ਼ੀਲ ਕੁਮਾਰ ਜਿਹੜੇ ਰੈਸਲਰ ਆ। ਅਨਫੋਰਚੂਨੇਟਲੀ ਇਸ ਟਾਈਮ ਉਹ ਤਿਹਾੜ ਜੇਲ੍ਹ 'ਚ ਬੰਦ ਨੇ। ਇੱਕ ਰੈਸਲਰ ਜਿਹੜਾ 4 ਮਈ ਨੂੰ ਉਹਨਾਂ ਤੋਂ ਜਿਹੜਾ ਉਹਨਾਂ ਤੇ ਕਥਿਤ ਤੌਰ ਤੇ ਦੋਸ਼ ਲੱਗਾ ਹੋਇਆ, 23 ਸਾਲਾਂ ਦੇ ਸੀ, ਸਾਗਰ ਧਨਕਰ, ਉਹਨਾਂ ਦਾ ਕਤਲ ਹੋ ਗਿਆ ਸੀਗਾ, ਉਸ ਦੇ ਵਿੱਚ ਸ਼ਮੂਲੀਅਤ ਸੀ ਤੇ ਇਸ ਟਾਈਮ ਉਹ ਬੰਦ ਨੇ। ਉਹਨਾਂ ਨੇ ਲੰਡਨ ਓਲੰਪਿਕਸ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਰਿਓ ਓਲੰਪਿਕਸ ਦੇ ਵਿੱਚ 2 ਵਾਰੀ ਉਹਨਾਂ ਨੇ ਮੈਡਲ ਜਿੱਤਿਆ। ਸਿਰਫ ਉਹ ਖਿਡਾਰੀ ਨੇ ਤੇ ਇਹ ਦੂਸਰੇ ਪੀਵੀ ਸਿੰਧੂ ਨੇ। ਮੈਨਸ ਹਾਕੀ ਦੀ ਜੇ ਮੈਂ ਗੱਲ ਕਰਾਂ, ਬੜਾ ਇਤਿਹਾਸਿਕ ਆ। ਇਹਦੇ ਵਿੱਚ ਥੋੜੀ ਜਿਹੀ ਮੈਂ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿਉਂ ਜ਼ਰੂਰੀ ਹੈ। ਹਾਲਾਂਕਿ 1980 ਦੇ ਵਿੱਚ ਅਸੀਂ ਲਗਾਤਾਰ 8 ਮੈਡਲ ਜਿੱਤੇ ਆ ਹਾਕੀ ਦੇ ਵਿੱਚ, ਲੇਕਿਨ 1980 ਦੇ ਵਿੱਚ ਸੈਮੀਫਾਈਨਲ ਨਹੀਂ ਸੀ ਹੋਏ। ਕਿਉਂਕਿ ਇਸ ਕਰਕੇ ਨਹੀਂ ਸੀ ਹੋਏ ਰੰਧਾਵਾ ਜੀ, ਉਸ ਟਾਈਮ ਬਹੁਤ ਸਾਰੇ ਮੁਲਕਾਂ ਨੇ ਬਾਈਕਾਟ ਕੀਤਾ ਸੀ। ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦਾ ਇਨਵੇਜਨ ਕੀਤਾ ਸੀ, ਉਹਦੇ ਉੱਤੇ ਹਮਲਾ ਕਰਤਾ ਸੀ ਤੇ ਅਮਰੀਕਾ ਨੇ ਉਦੋਂ ਘੱਟੋ ਘੱਟ 65 ਦੇਸ਼ਾਂ ਨੇ ਉਸ ਹੂੰ, ਓਲੰਪਿਕਸ ਦੇ ਵਿੱਚ ਹਿੱਸਾ ਨਹੀਂ ਸੀ ਲਿਆ। ਇਸ ਕਰਕੇ ਉਦੋਂ ਸੈਮੀਫਾਈਨਲ ਹੋਏ ਨਹੀਂ ਸੀ। ਸੋ ਜੀ, ਸੈਮੀਫਾਈਨਲ ਹੋਇਆ ਸੀ 1972 ਦੇ ਵਿੱਚ। ਜੀ, ਮਿਊਨਿਕ ਦੀਆਂ ਸੀਗੀਆਂ, ਜਰਮਨੀ ਦੇ ਵਿੱਚ ਸੀਗੀਆਂ ਉਹ, ਤੇ ਉਦੋਂ ਦੇ ਹੋਇਆ। ਤੇ ਉਦੋਂ ਵੈਸੇ ਪਾਕਿਸਤਾਨ ਨੇ ਸੈਮੀਫਾਈਨਲ ਦੇ ਵਿੱਚ ਭਾਰਤ ਨੂੰ 2-0 ਨਾਲ ਹਰਾਤਾ ਸੀ। ਵੈਸੇ ਹੂੰ, ਉਹ ਓਲੰਪਿਕਸ ਇਸ ਕਰਕੇ ਵੀ ਯਾਦ ਕੀਤੀਆਂ ਜਾਂਦੀਆਂ, ਉਦੋਂ ਇਜ਼ਰਾਈਲ ਦੇ 11 ਜਿਹੜੇ ਖਿਡਾਰੀ ਸੀ ਉਹਨਾਂ ਦਾ ਕਤਲ ਕਰਤਾ ਸੀ। ਹੂੰ, ਪੈਲੇਸਟਾਈਨ ਦੇ ਜਿਹੜੇ ਇੱਕ ਟੈਰਰਿਸਟ ਸੀ ਉਹਨਾਂ ਨੇ ਕਤਲ ਕਰਤਾ ਸੀ, ਇਸ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਲੇਕਿਨ ਆਪਾਂ ਦੁਬਾਰਾ ਓਲੰਪਿਕਸ ਤੇ ਆਉਣਾ ਆ ਕਿ ਉਸ ਤੋਂ ਬਾਅਦ 49 ਸਾਲਾਂ ਬਾਅਦ ਹੁਣ ਭਾਰਤ ਨੂੰ ਮੌਕਾ ਮਿਲਿਆ ਸੈਮੀਫਾਈਨਲ 'ਚ ਆਉਣ ਦਾ। ਬਿਲਕੁਲ ਉਮੀਦ ਕੀਤੀ ਜਾਂਦੀ ਹੈ। ਤੁਸੀਂ ਦੇਖੋ ਗ੍ਰੇਟ ਬ੍ਰਿਟੇਨ ਨੂੰ ਹਰਾਇਆ ਤੇ ਹੁਣ ਬੈਲਜੀਅਮ ਦੇ ਨਾਲ ਮੁਕਾਬਲਾ। ਉਧਰ ਜਿਹੜੀ ਮਹਿਲਾ ਜਿਹੜੀ ਔਰਤਾਂ ਵਿਮਨ ਹਾਕੀ ਨੇ ਵੀ
ਬਹੁਤ ਚੰਗਾ ਪ੍ਰਦਰਸ਼ਨ ਕੀਤਾ, ਲਗਾਤਾਰ ਆਪਣੇ 2 ਮੈਚ ਜਿੱਤੇ ਆ ਤੇ ਆਪਣੀ ਦੌੜ ਦੇ ਵਿੱਚ ਉਹਨਾਂ ਨੇ ਲਗਾਤਾਰ ਉਮੀਦ ਬਣਾਈ ਹੋਈ ਆ। ਸੋ ਜੀ ਉਮੀਦ ਕਰਦੇ ਆ ਕਿ ਇਸ ਵਾਰੀ ਕੁਛ ਜਿਹੜੀ ਭਾਰਤ ਦਾ ਪ੍ਰਦਰਸ਼ਨ ਆ ਜਾਂ ਓਵਰਆਲ ਜਿਹੜੀ ਮੈਡਲ ਟੈਲੀ ਆ ਉਹ ਪੁਰਾਣੀਆਂ 올림픽ਸ ਤੋਂ ਜਿਹੜੀ ਆ ਇੰਪਰੂਵ ਜ਼ਰੂਰ ਕਰੇਗੀ ਜੀ। ਮਨਪ੍ਰੀਤ ਜੀ 6-7 ਦਹਾਕੇ ਪਹਿਲਾਂ ਸੋਨਾ ਹੀ ਸੋਨਾ ਹੁੰਦਾ ਸੀ ਭਾਰਤੀ ਹਾਕੀ ਟੀਮ ਕੋਲ। ਹੌਲੀ ਹੌਲੀ ਪੰਜਾਬੀਆਂ ਦਾ ਜਿਹੜਾ ਆਪਣਾ ਦਿਲਚਸਪੀ ਉਹ ਘਟਦੀ ਗਈ ਇਸ ਖੇਡ ਚੋਂ। ਬੜੇ ਨੁਕਸਾਨ ਹੋਏ ਆ, ਜਦੋਂ ਇਹ ਕੰਡ ਆਉਂਦੇ ਆ ਤਾਂ ਕਈ ਕੁਝ ਕਰ ਸੁੱਟਦੇ ਆ, ਲੇਕਿਨ ਖੈਰ ਤਰਜੀਹਾਂ ਤਾਂ ਬਦਲ ਜਾਂਦੀਆਂ ਸਮਾਂ ਬਦਲਣ ਨਾਲ। ਬਹੁਤ ਮਿਹਰਬਾਨੀ, ਅਸੀਂ ਕਾਫੀ ਅੱਗੇ ਨਿਕਲ ਆਏ, ਅੱਧਾ ਘੰਟਾ ਲਾ ਲਿਆ। ਤੁਸੀਂ ਨਾਲ ਜੁੜਦੇ ਹੋ, ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।